ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗੱਠਜੋੜ 22 ਸਾਲ ਪੁਰਾਣਾ ਸੀ ਜਾਂ ਜਿਹੜੀ ਜਾਰੀ ਸੀ ਜਾਂ ਕਹਿੰਦੇ ਸੀ ਕਿ ਵੱਡਾ ਭਰਾ ਛੋਟਾ ਭਰਾ ਨੌ ਮਾਸ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਉਹ ਟੁੱਟ ਗਿਆ 22 ਸਾਲ ਬਾਅਦ ਟੁੱਟਾ। ਉਸ ਅਕਾਲੀ ਦਲ ਨੇ ਜਿਹੜਾ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਬਿਨਾਂ ਸੋਚੇ ਬਿਨਾਂ ਕਿਸੇ ਤਰਕ ਤੋਂ ਬਿਨਾਂ ਕਿਸੇ ਸ਼ਰਤ ਤੋਂ ਹਮਾਇਤ ਕੀਤੀ ਸੀ ਤੇ ਉਹ 2020 ਚ ਆ ਕੇ ਟੁੱਟ ਗਿਆ। ਉਦੋਂ ਟੁੱਟਾ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੈਂਟਰ ਦੇ ਵਿੱਚ ਨਰਿੰਦਰ ਮੋਦੀ। ਕੀ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਵਿੱਚ ਇੰਨੀ ਜ਼ਿਆਦਾ ਮਜ਼ਬੂਤ ਹੋ ਗਈ ਕਿ ਉਹਨਾਂ ਨੂੰ ਜਿਹੜੇ ਆਪਣੀ ਭਾਈਵਾਲ ਪਾਰਟੀਆਂ ਉਹ ਬੋਝ ਲੱਗਣ ਲੱਗ ਪਈਆਂ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਕਿ ਜਿਹੜੀ ਲਗਾਤਾਰ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਉਹਨਾਂ ਬਿੱਲਾਂ ਦੀ ਵਕਾਲਤ ਕਰਦੇ ਆ ਰਹੇ ਸੀ, ਉਦੋਂ ਕੀ ਮਜਬੂਰੀ ਸੀ, ਜਾਂ ਫਿਰ ਜਿਹੜੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਮਸਲਾ ਨਹੀਂ ਪੂਰੇ ਪੰਜਾਬ ਦਾ ਮਸਲਾ ਹੈ ਤੇ ਲੋਕ ਸੜਕਾਂ ਤੇ ਆ ਗਏ ਨੇ ਤੇ ਫਿਰ ਅਕਾਲੀ ਦਲ ਨੂੰ ਸੋਚਣ ਵਾਸਤੇ ਮਜਬੂਰ ਹੋ ਗਿਆ ਕਿ ਜੇ ਸਾਡੇ ਪੱਲੇ ਕਿਸਾਨ ਨਾ ਰਿਹਾ ਤੇ ਫਿਰ ਅਸੀਂ ਕੀ ਕਰਾਂਗੇ, ਕਿਉਂਕਿ ਮਸਲਾ 2022 ਦਾ ਵੀ ਆ ਤੇ ਮਸਲਾ ਸਿਆਸੀ ਪਾਰਟੀ ਵਾਸਤੇ ਵੀ ਆ। ਤੇ ਅੱਜ ਇਸੇ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਵਜ਼ੀਰ ਸਰਦਾਰ ਸਿਕੰਦਰ ਸਿੰਘ ਮਲੂਕਾ। ਮਲੂਕਾ ਸਾਹਿਬ, 22 ਸਾਲ ਦਾ ਰਿਸ਼ਤਾ ਬਹੁਤ ਵੱਡਾ ਰਿਸ਼ਤਾ ਹੁੰਦਾ, ਕੀ ਤੁਸੀਂ ਭਾਰਤੀ ਜਨਤਾ ਪਾਰਟੀ ਵਾਸਤੇ ਬੋਝ ਬਣ ਗਏ ਸੀ ਜੀ? देखो सिद्धू साहब, साडा जिहड़ा रिश्ता है 22 साल का नहीं शायद, क्योंकि तुसीं 97 तो गिण लैंदे आ, वो 22-23 साल बनते हैं। असल साडा पहला जिहड़ा समझौता होया सी उदों जनसंघ हुंदी सी, 1967 च होया सी। उदों साझी सरकार सरदार गुरनाम सिंह होरी उदों मुख मंत्री बने 67 दे विच, 5-6 पार्टियां दी जिहदे च कम्युनिस्ट भी सीगे, सोशलिस्ट भी सीगे ते जनसंघ भी सीगी। उदों पहला साडा साझ उस वेले जुड़ी सी। उदों बाद साडी साझ तुरी आई है, कदे समझौता हो गया कदे नहीं होया, वो वखरा सी, पर आप इहदी अंदर खाते साझ साडी तुरी आई। ਬੀਜੇਪੀ ਨੇ ਇਸ ਕਰਕੇ ਮੰਨਿਆ ਨਹੀਂ ਜਾਂਦਾ ਕਿਉਂਕਿ ਹੈ ਤੇ ਉਹ ਮਜਬੂਰੀ ਵਾਲਾ ਲਾਲਚੀ। ਜਦ ਅਕਾਲੀ ਦਲ ਦੀ ਸਰਕਾਰ ਹੀ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਤੇ ਉਦੋਂ ਵੀ ਨਾਰਾਜ਼ ਹੋ ਗਏ ਸੀ। ਮੈਂ ਉਹੀ ਕਿਹਾ ਕਿ ਕੁਝ ਗੱਲਾਂ ਤੇ ਮਤਭੇਦ ਉਹਨਾਂ ਨਾਲ ਹੁੰਦੇ ਰਹੇ ਸਾਡੇ, ਪਰ ਫਿਰ ਵੀ 77 ਚ ਵੀ ਅਸੀਂ ਇਕੱਠੇ ਰਹੇ, ਇਕੱਠੀ ਸਰਕਾਰ ਬਣਾਈ ਸਾਂਝੀ। ਉਦੋਂ ਜਨਤਾ ਪਾਰਟੀ ਬਣ ਗਈ ਸੀ। 80 ਚ ਫਿਰ ਬੀਜੇਪੀ ਬਣੀ, ਭਾਰਤੀ ਜਨਤਾ ਪਾਰਟੀ। ਉਦੋਂ ਬਾਅਦ ਫਿਰ ਪੰਜਾਬ ਚ ਸੰਘਰਸ਼ ਚੱਲ ਪਿਆ, ਲੜਾਈ ਦਾ ਦੌਰ ਰਿਹਾ, 17 ਸਾਲ ਝਗੜੇ ਚੱਲਦੇ ਰਹੇ। ਫਿਰ 97 ਚ ਆ ਕੇ ਅਸੀਂ ਇਕੱਠੀ ਸਰਕਾਰ ਬਣਾਈ। ਉਸ ਵੇਲੇ ਪੰਜਾਬ ਦੇ ਵਿੱਚ ਵੀ ਬੜੀ ਤਕੜੀ ਸਰਕਾਰ ਬਣੀ ਤੇ ਉਦੋਂ ਪਹਿਲਾਂ ਵਾਜਪਾਈ ਸਾਹਿਬ ਦੀ ਜਿਹੜੀ ਸਰਕਾਰ ਸੀ, ਜਿਹੜੀ ਘੱਟ ਗਿਣਤੀ ਦੀ ਸਰਕਾਰ ਸੀ, ਸਭ ਤੋਂ ਪਹਿਲਾਂ ਸਪੋਰਟ ਅਸੀਂ ਕੀਤੀ ਸੀਗੀ ਵਾਜਪਾਈ ਸਾਹਿਬ ਦੀ, ਬਿਨਾਂ ਸ਼ਰਤ ਕੀਤੀ ਸੀਗੀ। ਉਹ ਉੱਥੋਂ ਐਨਡੀਏ ਸ਼ੁਰੂ ਕੀਤਾ ਕਿਉਂਕਿ ਉਦੋਂ ਪਹਿਲਾਂ ਜਿਹੜੀ ਕਾਂਗਰਸ ਪਾਰਟੀ ਸੀ ਉਹ ਲੋਕਾਂ ਨਾਲ ਬੜੇ ਧੱਕੇ ਕਰ ਰਹੀ ਸੀ, ਲੋਕਲ ਪਾਰਟੀਆਂ ਨਾਲ ਬੜੇ ਧੱਕੇ ਕਰ ਰਹੀ ਸੀ, ਬਹੁਤ ਜ਼ਿਆਦਾ ਜ਼ੁਲਮ ਤਸ਼ੱਦਦ ਕਰ ਰਹੀ ਸੀ ਆਮ ਲੋਕਲ ਪਾਰਟੀਆਂ ਦੇ, ਜਾਂ ਖਾਸ ਕਰਕੇ ਪੰਜਾਬ ਦੇ ਜਿਹੜੇ ਹਾਲਾਤ ਸਨ ਉਸ ਵੇਲੇ। ਸੋ ਇਸ ਵੇਲੇ ਲੋੜ ਸੀ ਕਿ ਐਨਡੀਏ ਇੱਕ ਬਣਾਈ ਜਾਵੇ ਸਾਰਿਆਂ ਦੀ ਰਲ ਕੇ, ਤੇ ਜਿਹੜੇ ਕਾਂਗਰਸ ਦੇ ਜ਼ੁਲਮ ਹੈ ਇਹਨਾਂ ਤੋਂ ਛੁਟਕਾਰਾ ਪਾਇਆ ਜਾਵੇ। ਉਸ ਵੇਲੇ ਇਹ ਫੈਸਲਾ ਬਹੁਤ ਵਧੀਆ ਸੀਗਾ ਤੇ ਵਾਜਪਾਈ ਸਾਹਿਬ ਨੇ ਆਪਣੇ ਅੰਤ ਤੱਕ ਉਹ ਫੈਸਲਾ ਨਿਭਾਇਆ। ਕਦੇ ਸਾਨੂੰ ਸ਼ਿਕਾਇਤ ਨਹੀਂ ਸੀ ਆਈ ਵਾਜਪਾਈ ਸਾਹਿਬ ਤੋਂ। ਜਦੋਂ ਵੀ ਅਸੀਂ ਟਾਈਮ ਮੰਗਦੇ ਜੋ ਕਹਿੰਦੇ, ਵਾਜਪਾਈ ਸਾਹਿਬ ਨੇ ਕਦੇ ਸਾਨੂੰ ਮੋੜਿਆ ਨਹੀਂ ਸੀ, ਨਾ ਟਾਈਮ ਤੋਂ ਤੇ ਨਾ ਕੁਝ ਦੇਣ ਤੋਂ। ਬਹੁਤ ਵੱਡੀਆਂ ਚੀਜ਼ਾਂ ਸੀ ਉਹਨਾਂ ਤੋਂ ਮੰਗੀਆਂ, ਜਿਵੇਂ ਰਿਫਾਈਨਰੀ ਬਹੁਤ ਵੱਡੀ ਸੀਗੀ, ਹੋਰ ਬੜੀਆਂ ਗੱਲਾਂ ਨੇ ਉਹ ਕੀਤੀਆਂ। ਸੋ ਉਸੇ ਤੌਰ ਤੇ ਫਿਰ ਚੱਲਦਾ ਰਿਹਾ ਗੱਠਜੋੜ। ਉਸ ਤੋਂ ਬਾਅਦ ਚੱਲਦਾ ਰਿਹਾ, ਫਿਰ 10 ਸਾਲ ਕਾਂਗਰਸ ਦਾ ਰਾਜ ਆ ਗਿਆ। ਫਿਰ 14 ਦੇ ਵਿੱਚ ਆ ਕੇ ਮੋਦੀ ਸਾਹਿਬ ਆ ਗਏ। ਤੁਸੀਂ ਹੈਰਾਨ ਹੋਵੋਗੇ, ਮੋਦੀ ਸਾਹਿਬ ਨੂੰ ਜਦੋਂ ਪ੍ਰਧਾਨ ਬਣਾਉਣਾ ਸੀ ਪਾਰਟੀ ਦਾ, ਕਿਸੇ ਨੇ ਸਪੋਰਟ ਨਹੀਂ ਕੀਤੀ। ਹਿੰਦੁਸਤਾਨ ਦੀ ਸ਼ਿਵ ਸੈਨਾ ਨੇ ਵੀ ਨਹੀਂ ਕੀਤੀ। ਸਭ ਤੋਂ ਪਹਿਲਾਂ ਜੇ ਸਪੋਰਟ ਕੀਤੀ ਤਾਂ ਅਕਾਲੀ ਦਲ ਨੇ ਕੀਤੀ, ਉਹ ਐਨਡੀਏ ਕਰਕੇ ਵੀ ਮੋਦੀ ਸਾਹਿਬ ਦਾ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ, ਮੋਦੀ ਤੇ ਅਸੀਂ ਇਹਨੂੰ ਮੰਨਦੇ ਹਾਂ। ਉਦੋਂ ਬਾਅਦ ਸ਼ਿਵ ਸੈਨਾ ਨੇ ਕੀਤੀ, ਫਿਰ ਦੂਜਿਆਂ ਨੇ ਕੀਤੀ। ਸੋ ਇਸ ਕਰਕੇ ਅਸੀਂ ਤਾਂ ਉਹਨਾਂ ਦੇ ਬੜੇ ਪੁਰਾਣੇ ਸਾਥੀ ਸੀ। ਤੇ ਪਤਾ ਨਹੀਂ ਕਿਉਂ, ਵੇਖੋ ਸਾਡੀ ਸਮਝ ਤੋਂ ਬਾਹਰ ਹੈ। ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ, ਵੋਟਾਂ 'ਚ 2 ਵਾਰੀ ਜਿੱਤ ਗਏ, ਚੰਗੀ ਗੱਲ ਹੈ। ਬੜਾ ਸੋਚਿਆ ਸੀ ਕਿ ਬੜੇ ਫਾਇਦੇ ਵਾਲੀਆਂ ਗੱਲਾਂ ਨੇ, ਕੋਈ ਫਾਇਦਾ ਹੋਏਗਾ ਪੰਜਾਬ ਨਾਲ। ਬੜੇ ਧੱਕੇ ਕੀਤੇ ਨੇ ਕਾਂਗਰਸ ਰਾਜ ਦੇ ਵਿੱਚ, ਸਾਡਾ ਪਾਣੀ ਖੋਹਿਆ, ਪੰਜਾਬੀ ਬੋਲਦੇ ਇਲਾਕੇ ਖੋਹੇ, ਚੰਡੀਗੜ੍ਹ ਖੋਹਿਆ, ਹਰਿਮੰਦਰ ਸਾਹਿਬ, ਹੋਰ ਬੜਾ ਜਾਣੀ ਜ਼ੁਲਮ ਹੋਇਆ ਵਾ ਸੀ ਪੰਜਾਬ ਦੇ ਉੱਤੇ। ਸਾਨੂੰ ਸੱਚ ਦੱਸਦਾ ਮੈਂ ਤੁਹਾਨੂੰ, ਸਾਨੂੰ ਆਸਾਂ ਸੀਗੀਆਂ ਕਿ ਮੋਦੀ ਸਾਹਿਬ ਪੰਜਾਬ ਨਾਲ ਇਨਸਾਫ ਕਰਨਗੇ। ਦੇਖੋ, ਦਿੱਲੀ ਦੰਗਿਆਂ ਦੀ ਖਾਤਰ ਤਾਂ ਉਹਨਾਂ ਨੇ ਸਾਡੀ ਮਦਦ ਉੱਥੇ ਕੀਤੀ, ਚਾਹੇ ਉਹਨਾਂ ਦੇ ਆਪ ਦੇ ਹਿੱਤ ਵੀ ਉਹਦੇ ਨਾਲ ਜੁੜੇ ਸੀ ਕਾਂਗਰਸੀਆਂ ਨੂੰ ਫਸਾਉਣ ਦੀ ਖਾਤਰ, ਤੇ ਕਾਂਗਰਸੀਆਂ ਨੇ ਜ਼ੁਲਮ ਵੀ ਬੜੇ ਕੀਤੇ ਸੀਗੇ। ਪਰ ਸਾਡੀ ਉੱਥੇ ਤਾਂ ਗੱਲ ਚੱਲੀ, ਸਾਡੀ ਉਹਨੇ ਸੁਣੀ ਸਾਡੀ ਗੱਲ। ਪਾਣੀਆਂ ਦੀ ਖਾਤਰ ਅਸੀਂ ਜ਼ੋਰ ਲਾ ਹਟੇ ਵੀ ਇਨਸਾਫ ਕਰ ਦਿਓ, ਕੋਈ ਇਹੋ ਜਿਹਾ ਕਮਿਸ਼ਨ ਬਣਾ ਦਿਓ ਕਿ ਜਿਹਦੇ ਨਾਲ ਪੰਜਾਬ ਨੂੰ ਇਨਸਾਫ ਮਿਲ ਜੇ। ਅਸੀਂ ਇਨਸਾਫ ਮੰਗਦੇ ਹਾਂ, ਕੋਈ ਗਲਤ ਨਹੀਂ ਕਰਦੇ। ਫਿਰ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦਾ, ਚੰਡੀਗੜ੍ਹ ਦਾ ਬੜੇ ਵਾਰੀ ਮਸਲਾ ਉਠਾਇਆ ਕਿ ਇਹ ਸਾਡਾ ਕਰ ਦਿਓ ਤੁਸੀਂ, ਬਸ ਕਰਦੇ ਹਾਂ ਜੀ, ਕਰਾਉਂਦੇ ਹਾਂ ਜੀ। ਉਹਦੇ 'ਤੇ ਕੋਈ ਕੰਨ ਨਹੀਂ ਧਰਿਆ ਉਹਨਾਂ ਨੇ। ਸੋ ਇਸ ਕਰਕੇ ਸਾਡੇ ਮਸਲੇ ਸੀ ਪੰਜਾਬ ਦੇ, ਚੰਡੀਗੜ੍ਹ ਪੰਜਾਬੀ ਬੋਲਦੇ, ਪਾਣੀ ਸਾਡਾ ਬਹੁਤ ਗੰਭੀਰ ਮਸਲਾ ਹੈਗਾ। ਉਦੋਂ ਬਾਅਦ ਹੁਣ ਆ ਗਿਆ, ਪਿੱਛੇ ਵੀ ਹੁੰਦੀਆਂ ਰਹੀਆਂ ਜਿਹੜੀ ਸੱਚ ਹੈ। ਜਿਵੇਂ ਦਿੱਲੀ 'ਚ ਲੈ ਲਓ,
ਬੜਾ ਸਾਡਾ ਵਧੀਆ ਸਮਝੌਤਾ ਚੱਲੀ ਜਾਂਦੀ, 4 ਸੀਟਾਂ ਅਸੀਂ ਲੜਦੇ ਸੀ, ਬਾਕੀ ਬੀਜੇਪੀ ਲੜਦੀ ਸੀ, ਤੇ ਸਾਡੇ ਨਾਲ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਸੀ, ਸਰਕਾਰ ਬਣ ਜਾਂਦੀ ਸੀ। ਇੰਨੇ ਲਾਲਚੀ ਹੋ ਗਏ, ਸਾਨੂੰ ਅੱਜ ਕਰਦੇ ਆ, ਕੱਲ ਕਰਦੇ, ਅੱਜ ਕਰਦੇ, ਅਖੀਰ ਤੇ ਆ ਕੇ ਜਵਾਬ ਦਿੱਤਾ। ਉਹ ਵੀ ਸਾਡਾ ਇੱਕ ਕਿਸਮ ਦਾ ਵੇਖੋ ਸ਼ੁਰੂਆਤ ਸੀ ਕਿ ਸਾਨੂੰ ਇਗਨੋਰ ਕਰ ਰਹੇ ਨੇ। ਤੇ ਢੂਈ ਆਪਦੀ ਵੀ ਬਣਾ ਲਈ, 3 ਵਾਰੀ ਬਣਾ ਲਈ, 5 ਵਾਰੀ, 3 ਵਾਰੀ ਕਾਂਗਰਸ ਤੋਂ ਹਾਰ ਗਏ, 2 ਵਾਰੀ ਬੀਜੇਪੀ ਤੋਂ, ਇਹ ਤੋਂ ਆਪ ਤੋਂ ਹਾਰ ਗਏ, ਤੇ ਫਾਇਦਾ ਕੀ ਖੱਟਿਆ? 4 ਸੀਟਾਂ ਨਹੀਂ ਦਿੱਤੀਆਂ, ਸਾਰੀਆਂ ਗਵਾ ਲਈਆਂ। ਫਿਰ ਹਰਿਆਣੇ 'ਚ, ਹਾਲਾਂਕਿ ਉੱਥੇ ਜਿਹੜੇ ਸਿੱਖ ਵੋਟ ਵਿੱਚ ਪੰਜਾਬੀ ਵੋਟ 25 ਸੀਟਾਂ ਤੇ ਪ੍ਰਭਾਵ ਰੱਖਦਾ। ਹਾਂ, ਫਿਰ ਹਰਿਆਣੇ 'ਚ ਸਿੱਧੂ ਸਾਹਿਬ ਪਾਰਲੀਮੈਂਟ ਤੋਂ ਪਹਿਲਾਂ ਅਸੀਂ ਕਿਹਾ 1 ਸੀਟ ਦੇ ਦਿਓ, ਬਾਕੀ ਤੁਹਾਡੀਆਂ ਸਰਸਾ ਸਾਨੂੰ ਦੇ ਦਿਓ, ਰਿਜ਼ਰਵ ਸੀਟ ਹੈ। ਕਹਿੰਦੇ ਚੰਗਾ। ਫਿਰ ਕਹਿੰਦੇ ਜੀ ਹੁਣ ਸਾਡੀ ਮਜਬੂਰੀ ਬਣ ਗਈ, ਤੁਸੀਂ ਅਸੈਂਬਲੀ 'ਚ ਜਿੰਨੀਆਂ ਸੀਟਾਂ ਲੈਣੀਆਂ ਲੈ ਲਓ। ਸਹੀ ਮਹੀਨੇ 'ਚ ਸ਼ੱਕ ਜਿਉਂਦੇ ਬੈਠੇ ਆ ਖੱਟੜ ਸਾਹਿਬ, ਕਹਿਣ ਮੰਦਰ 'ਚ ਜਾ ਕੇ 10 ਸੀਟਾਂ ਦਾ ਸਾਡੇ ਨਾਲ ਵਾਅਦਾ ਕੀਤਾ ਸੀ। ਅਖੀਰ ਗੱਲ ਆ ਗਈ ਵੀ ਚੱਲ 10 ਨਹੀਂ ਦੇਣੀਆਂ, ਸਾਨੂੰ 4 ਦੇ ਦਿਓ। ਅਖੀਰ ਅਸੀਂ 2 ਤੇ ਹੀ ਆ ਗਏ ਵੀ ਚੱਲ 2 ਦੇ ਦਿਓ, ਸਾਡੇ ਉੱਥੇ ਜਿਹੜਾ ਭਾਈਚਾਰਾ ਉਹਦਾ ਮਾਨਤਾਨ ਜਿਹਾ ਹੋ ਜਾਊਗਾ, ਹੋਰ ਗੱਲ ਕੁਛ ਨਹੀਂ ਹੈਗੀ। ਅਖੀਰ ਜੀ ਜਵਾਬ ਆ ਕੇ ਉਹ ਵੀ ਦਿੱਤਾ, ਸਾਡਾ ਕਾਰੀਕਰਤਾ ਨਹੀਂ ਮੰਨਦਾ, ਜਿਹੜੀ ਚੀਜ਼ ਨਹੀਂ ਕਰਨਾ ਹੁੰਦਾ ਸਾਡਾ ਦਿੱਲੀ ਵੀ ਸਾਡਾ ਕਾਰੀਕਰਤਾ ਨਹੀਂ ਮੰਨਦਾ। ਇੱਥੇ ਤੁਸੀਂ ਸਾਨੂੰ ਹਰਿਆਣੇ 'ਚ 2 ਨਹੀਂ ਦਿੰਦੇ, ਦਿੱਲੀ ਸਾਨੂੰ 4 ਨਹੀਂ ਦਿੰਦੇ, ਰਾਜਸਥਾਨ ਸਾਨੂੰ 1 ਨਹੀਂ ਦਿੰਦੇ, ਯੂਪੀ ਸਾਨੂੰ 1 ਨਹੀਂ ਦਿੰਦੇ, ਇੱਥੇ ਤੁਸੀਂ 50 ਮੰਗਦੇ ਆ, ਇੱਥੇ ਤੁਹਾਡਾ ਕੀ ਆ 50 ਮੰਗਣ ਵਾਲਾ? ਸੋ ਇਸ ਕਰਕੇ ਉਹ ਆਪਣੀ ਇੱਕ ਕਿਸਮ ਦੀ ਸਾਰੇ ਹਿੰਦੁਸਤਾਨ ਦੇ ਵਿੱਚ ਆਪਣਾ ਗਲਬਾ ਪਾਉਣਾ ਚਾਹੁੰਦੇ ਨੇ, ਆਪਣਾ ਦਬਾਅ ਬਣਾਉਣਾ ਚਾਹੁੰਦੇ ਨੇ। ਲੋਕ ਤਾਂ ਇਹ ਵੀ ਕਹਿੰਦੇ ਨੇ ਜਿਹੜੇ ਵਿਰੋਧੀ ਨੇ ਸਾਰੇ ਕਿ ਜੀ ਇਹ ਹੁਣ ਹਿੰਦੂ ਰਾਸ਼ਟਰ ਦੇ ਏਜੰਡੇ ਤੇ ਚੱਲੇ ਨੇ, ਪਰ ਗਲਬਾ ਇਹ ਸਾਰੇ ਦੇਸ਼ ਦੇ ਉੱਤੇ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਲਤਾੜ ਕੇ ਕਮਜ਼ੋਰ ਕਰਕੇ ਸ਼ਿਵ ਸੈਨਾ ਨਾਲ ਵੀ ਇਹਨਾਂ ਦਾ ਕਿਉਂ ਟੁੱਟਿਆ? ਮੇਰੇ ਅਕਾਲੀ ਦਲ ਨੂੰ ਸਮਝ ਨਹੀਂ ਲੱਗੀ ਕਿ ਜਿਹੜੇ ਇਹਨਾਂ ਸ਼ਿਵ ਸੈਨਾ ਦੀ ਨਹੀਂ ਮੰਨੀ, ਜਿਹੜਾ ਪੁਰਾਣਾ ਨਾਤਾ ਉਹਨਾਂ ਦੇ ਕਹਿਣ ਤੇ ਚੱਲਦਾ ਸੀ, ਉਹਨਾਂ ਨੂੰ ਇਹਨਾਂ ਬਾਹਰ ਕੱਢਤਾ ਕਿ ਤੁਸੀਂ ਤਾਂ ਫਿਰ ਪਰਾਏ ਸੀ। ਨਹੀਂ, ਸਮਝ ਤਾਂ ਲੱਗ ਗਈ ਸੀਗੀ, ਇਹ ਨਹੀਂ ਹੁੰਦਾ ਨਹੀਂ। ਪ੍ਰੋਬਲਮ ਕੀ ਹੈ ਸਿੱਧੂ ਸਾਹਿਬ, ਦਿੱਲੀ 'ਚ 2 ਹੀ ਪਾਰਟੀਆਂ ਗਰੁੱਪ ਰਾਜ ਕਰਦੇ ਨੇ, ਇੱਕ ਯੂਪੀਏ, ਇੱਕ ਐਨਡੀਏ, ਹੋਰ ਨਹੀਂ ਹੈਗਾ। ਕਾਂਗਰਸ ਪਾਰਟੀ ਜਿਹਨੇ ਇੰਨੇ ਜ਼ੁਲਮ ਕੀਤੇ ਪੰਜਾਬ ਦੇ, ਛੱਡ ਦਿਓ ਸਾਰੀਆਂ ਗੱਲਾਂ, ਸਾਡਾ ਦਿੱਤਾ ਨਹੀਂ ਕੁਛ। ਹਰਿਮੰਦਰ ਸਾਹਿਬ ਤੇ ਜਿਹੜੀ ਪਾਰਟੀ ਨੇ ਹਮਲਾ ਕੀਤਾ ਹੋਵੇ, ਅਕਾਲ ਤਖਤ ਢਾਇਆ ਹੋਵੇ, ਦਿੱਲੀ 'ਚ ਕਤਲਾਮ ਸਿੱਖਾਂ ਦਾ ਕੀਤਾ ਹੋਵੇ, ਯਾਰ ਉਹਦੇ ਨਾਲ ਰਲ ਜਾਂਗੇ ਅਸੀਂ? ਕਦੇ ਵੀ ਨਹੀਂ ਰਲਦੇ। ਜੋ ਮਰ ਕਿੰਨਾ ਮਰਜ਼ੀ ਘਾਟਾ ਪੈ ਜੇ, ਕਾਂਗਰਸ ਵਰਗੀ ਪਾਪੀ ਜਮਾਤ ਨਾਲ ਅਕਾਲੀ ਦਲ ਕਦੇ ਜਾਣ ਦੇ ਬਾਰੇ ਸੋਚੋ ਨਹੀਂ ਸਕਦਾ। ਤੇ ਹੋਰ ਫਿਰ ਦਿੱਲੀ ਕਿਹਦੇ ਨਾਲ ਜਾਂਦੇ ਅਸੀਂ? ਕਿਹਦੇ ਨਾਲ ਜਾਂਦੇ ਦਿੱਲੀ ਅਸੀਂ? ਫਿਰ ਸਾਡੇ ਕੋਲ ਐਨਡੀਏ ਬਚਿਆ ਸੀ, ਅਸੀਂ ਘਾਟਾ ਖਾ ਕੇ ਵੀ ਚਾਹੁੰਦੇ ਸੀ ਕਿ ਕੰਮ ਚੱਲੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਹੁਣ ਹੱਦ ਹੋ ਗਈ, ਹੁਣ ਜੰਮੂ ਕਸ਼ਮੀਰ ਸੀਗਾ ਕਿੱਡਾ ਕੁ ਮਸਲਾ ਸੀ, 5 ਭਾਸ਼ਾ ਕੀਤੀਆਂ ਉੱਥੇ ਪਹਿਲਾਂ, ਅੱਜ ਤਾਂ ਚੱਲਦੀ ਆਉਂਦੀ ਹੈ ਪੰਜਾਬੀ, ਤੇ ਚੱਲੀ ਜਾਣ ਦਿਓ, ਤੁਹਾਨੂੰ ਕੀ ਤਕਲੀਫ ਹੁੰਦੀ ਹੈ? ਚੱਲੀ ਜਾਣ ਦਿਓ। ਇੱਥੋਂ ਮਤਲਬ ਜਾਣ ਕੇ ਹੀ ਹੈ ਨਾ ਫਿਰ ਹਰ ਗੱਲ ਦੇ ਵਿੱਚ ਚੁੰਡੀ ਵੱਢਣੀ ਕਿ ਤੁਸੀਂ ਪੰਜਾਬੀ ਵੀ ਤੁਹਾਡੇ ਤੋਂ ਖਹਿੜਾ ਛਡਾਉਣਾ ਚਾਹੁੰਦੇ, ਤੁਹਾਨੂੰ ਭਜਾਉਣਾ ਚਾਹੁੰਦੇ ਸੀ ਵੀ ਛੱਡ ਜਾਓ, ਤੁਸੀਂ ਦੇਰ ਕਰ ਗਈ ਹੈਗੀ, ਉਹਨਾਂ ਤੇ ਇਸ਼ਾਰਾ ਪਹਿਲਾਂ ਕਰਤਾ ਸੀ। ਨਹੀਂ, ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੋਈ ਇਸ਼ਾਰਾ ਕਰਤਾ ਨਹੀਂ ਕਰਤਾ, ਜਾਣੀ ਇਗਨੋਰ ਜ਼ਰੂਰ ਕਰਦੇ ਸੀ, ਇਹ ਗੱਲ ਅਸੀਂ ਮੰਨਦੇ ਹਾਂ। ਉਹ ਤੋਂ ਮੁਨਕਰ ਨਹੀਂ, ਪਰ ਸਾਡਾ ਮਨ ਫਿਰ ਮੁੜ ਘੁੜ ਕੇ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਦਿੱਲੀ ਦੇ ਵਿੱਚ ਕੀ ਕੀਤਾ, ਕਿਉਂਕਿ ਅਸੀਂ ਤਾਂ ਦਿੱਲੀ ਤੇ ਰਾਜ ਨਹੀਂ ਕਰ ਸਕਦੇ। ਸਾਡਾ ਤਾਂ ਪੰਜਾਬ ਹੈ, ਪੰਜਾਬ ਵਾਸਤੇ ਅਸੀਂ ਤਾਂ ਦੂਗਾ ਤਾਂ ਸਾਡਾ ਕੋਈ ਬਹੁਤਾ ਆਧਾਰ ਨਹੀਂ, ਕਿਤੇ 2-2 4-4 5-5 7-7 ਸੀਟਾਂ ਤੇ ਆਧਾਰ ਹੈਗਾ। ਸੋ ਉਹ ਗੱਲਾਂ ਸਾਰੀਆਂ ਸੋਚਣੀਆਂ ਪੈਂਦੀਆਂ ਨੇ। ਇੱਕ ਇੰਨਾ ਲੰਮਾ ਗੱਠਜੋੜ ਹੋਵੇ, ਇੰਨੇ ਲੰਮੇ ਚਿਰ ਦੇ ਚੱਲਦੇ ਹੋਏਗੇ, ਦਿਮਾਗ 'ਚ ਰਹਿੰਦੀ ਵੀ ਚੱਲੇ ਅੱਜ ਸਿਆਣੇ ਹੋ ਜਾਣਗੇ, ਕੱਲ੍ਹ ਸਿਆਣੇ ਹੋ ਜਾਣਗੇ, ਸ਼ਾਇਦ ਸਿੱਧੇ ਰਾਹ ਤੇ ਆ ਜਾਣਗੇ, ਇਹ ਸਾਨੂੰ ਨਹੀਂ ਇਗਨੋਰ ਕਰਨਗੇ, ਅਸੀਂ ਘੱਟ ਗਿਣਤੀ ਭਾਈਚਾਰਾ। ਪਰ ਉਹਦੇ ਮਨ ਤੇ ਕੋਈ ਅਸਰ ਨਹੀਂ ਸੀਗਾ ਕਦੇ ਵੀ। ਉਹਨਾਂ ਨੇ ਇਹਨਾਂ ਵਿਖਾਵਾ ਜਾਂ ਤਾਂ ਬਹੁਤ ਕਰਦੇ ਰਹਿੰਦੇ ਸੀ, ਪਰ ਅੰਦਰੋਂ ਸਤਿਕਾਰ ਦੇਣ ਵਾਲੀ ਕਦੇ ਗੱਲ ਨਹੀਂ ਕੀਤੀ। ਨਹੀਂ, ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਬੜੇ ਆਰਾਮ ਨਾਲ ਮੋਦੀ ਸਾਹਿਬ ਹੱਲ ਕਰ ਸਕਦੇ ਸੀ। ਸਾਨੂੰ ਆਸ ਵੀ ਸੀ ਕਿ ਮੋਦੀ ਸਾਹਿਬ ਦਲੇਰ ਹੈ, ਇਹ ਕਰੂਗਾ, ਪਰ ਧਿਆਨ ਨਹੀਂ ਦਿੱਤਾ ਗਿਆ ਸਾਡੀਆਂ ਸਮੱਸਿਆਵਾਂ। ਕਿਉਂਕਿ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਹੈਗੇ, ਤੇ ਅਕਾਲੀ ਦਲ ਤੇ ਉਹ ਜਿੰਨੇ ਐਮਰਜੈਂਸੀ ਵੇਲੇ ਇੱਥੇ ਨਾਅਰਾ ਮਾਰਿਆ ਹੈਗਾ, ਅਕਾਲੀ ਦਲ ਨਾ ਉਹਨਾਂ ਜ਼ੁਲਮ, ਸਾਡੇ ਜਿਹੜੀ ਸੋਚ ਆ, ਸਾਡਾ ਜਿਹੜੇ ਉਪਦੇਸ਼ ਗੁਰੂ ਸਾਹਿਬ ਦੇ ਗਏ, ਨਾ ਜ਼ੁਲਮ ਕੀਤਾ ਨਾ ਜ਼ੁਲਮ ਸਹਿਣਾ। ਤਾਂ ਲੱਗਦਾ ਕਿ ਬੀਜੇਪੀ ਅਗਰ ਇਹ ਗੱਲ ਕਰ ਰਹੀ ਹੈ ਕਿ ਹਿੰਦੂ ਰਾਸ਼ਟਰ ਬਣਾਉਣਾ ਹੈਗਾ, ਜਿਸ ਤਰ੍ਹਾਂ ਉਹਨਾਂ ਦੇ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੀਆਂ, ਚਾਹੇ ਵਿਸ਼ਵ ਹਿੰਦੂ ਪਰਿਸ਼ਦ, ਚਾਹੇ RSS ਹੋਵੇ, ਚਾਹੇ ਇਹਨਾਂ ਦੇ ਲੀਡਰ ਹੋਣ, ਅਕਾਲੀ ਦਲ ਨੂੰ ਤਾਂ ਉਦੋਂ ਸਮਝ ਲਾ ਲੈਣੀ ਚਾਹੀਦੀ ਕਿ ਨਹੀਂ, ਹੁਣ ਸਾਡੀ ਜਿਹੜੀ ਨਿਭਣੀ ਸੀ ਨਿਭ ਗਈ। ਇਹ ਵਾਜਪਾਈ ਦਾ ਦੌਰ ਸੀ, ਇਹ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦਾ ਦੌਰ ਆ ਚੁੱਕਾ। ਵੇਖੋ, ਜਿਹੜੇ ਲੋਕ ਅੱਜ ਦੋਸ਼ ਲਾਉਂਦੇ ਆ ਵੀ ਅਕਾਲੀ ਦਲ ਨੂੰ ਕੋਈ ਲਾਲਚ ਕਰਦਾ ਵਜ਼ੀਰੀਆਂ ਦਾ ਜਾਂ ਹੋਰ ਗੱਲਾਂ ਦਾ, ਤੁਸੀਂ ਆਪ ਹੀ ਗੱਲ ਕਰਤੀ। ਅਕਾਲੀ ਦਲ ਨੇ ਕਦੇ ਕਿਸੇ ਚੀਜ਼ ਦਾ ਲਾਲਚ ਨਹੀਂ ਕੀਤਾ। ਜਿਹੜੀ ਗੱਲ ਤੁਸੀਂ ਐਮਰਜੈਂਸੀ ਦੀ ਕੀਤੀ ਹੈ 75 'ਚ, ਜਦੋਂ ਸਾਰਾ ਦੇਸ਼ ਸੌਂ ਗਿਆ ਸੀਗਾ, ਅਕਾਲੀ ਦਲ ਨੂੰ ਨਹੀਂ ਸੀ ਕੁਛ ਕਿਹਾ। ਇੰਦਰਾ ਗਾਂਧੀ ਨੇ ਇੰਨੀਆਂ ਮਿੰਨਤਾਂ ਕੀਤੀਆਂ, ਅੰਮ੍ਰਿਤਸਰ ਮੈਂ ਹਾਜ਼ਰ ਸੀ ਆਪ ਉੱਥੇ, ਕਿ ਤੁਸੀਂ ਕੁਛ ਲੈ ਲਓ। ਈਵਨ ਮੁੱਖ ਮੰਤਰੀ ਦੀ ਆਫਰ ਕਰਤੀ ਸੀ ਤੇ ਸਮਝੌਤਾ 60-40 ਦਾ ਕਹਿਤਾ ਸੀ। 60 ਸੀਟਾਂ ਅਸੈਂਬਲੀ ਦੀਆਂ ਤੁਸੀਂ ਪੰਜਾਬ 'ਚ ਤੇ 40 ਦਿੱਲੀ ਦੀਆਂ, ਤੇ ਇੱਥੇ ਤੁਸੀਂ ਮੁੱਖ ਮੰਤਰੀ ਤੁਹਾਡਾ ਪੱਕਾ ਰਹੂਗਾ। ਹੋਰ ਮੈਂ ਚੰਡੀਗੜ੍ਹ ਅੱਜ ਹੀ ਅਨਾਉਂਸ ਕਰ ਦਿੰਨੀ ਹੈ, ਬਾਕੀ ਮੈਂ ਕਮਿਸ਼ਨ ਬਣਾ ਦਿੰਨੀ ਹੈ। ਬੜੀਆਂ ਉਹਨੇ ਮਿੰਨਤਾਂ ਕੀਤੀਆਂ ਕਿ ਰਾਜ ਭਾਗ ਲੈ ਲਓ, ਤੜਕੇ ਸਹੁੰ ਚੱਕ ਲਓ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਕੁਝ ਸਾਡੇ ਬੰਦਿਆਂ ਨੇ ਉਸ ਵੇਲੇ ਮਨ 'ਚ ਕਮਜ਼ੋਰੀ ਜੀ ਵਿਖਾਈ ਵੀ ਸੀ, ਫੈਸਲਾ ਕੀਤਾ ਕਿ ਨਹੀਂ, ਹੁਣ ਦੇਸ਼ ਦੇ ਨਾਲ
ਕਿੰਨਾ ਚਿਰ ਐਮਰਜੈਂਸੀ ਨਾ ਹਟਾਵੇ ਇੰਦਰਾ ਗਾਂਧੀ, ਜੋ ਮਰਜ਼ੀ ਹੋ ਜੇ, ਹੁਣ ਦੇਸ਼ ਦੇ ਨਾਲ ਚੱਲਾਂਗੇ, ਇਹ ਖਤਮ ਕਰਾਵਾਂਗੇ ਐਮਰਜੈਂਸੀ ਜਿਹੜੀ ਚੰਗੀ ਨਹੀਂ, ਤਾਂ ਹੁਣ ਵੀ ਐਮਰਜੈਂਸੀ ਵਰਗੇ ਚੰਗੇ ਨਹੀਂ। ਉਸ ਵੇਲੇ ਬੜਾ ਲੋਕ ਕਹਿੰਦੇ ਸੀ ਵੇਖੋ ਜਿਹਨੇ ਤਾਂ ਖੂਹ 'ਚ ਛਾਲ ਮਾਰਤੀ, ਇਹ ਐਮਰਜੈਂਸੀ ਹਟਣੀ ਨਹੀਂ, ਅਕਾਲੀ ਤਾਂ ਜੇਲ੍ਹਾਂ 'ਚ ਹੀ ਮਰਨਗੇ। ਤੇ ਉਹ ਐਮਰਜੈਂਸੀ ਦੀ ਲੜਾਈ 19 ਮਹੀਨੇ ਲੜ ਕੇ ਅਕਾਲੀ ਦਲ ਲੜਿਆ, ਹੋਰ ਕੋਈ ਨਹੀਂ ਲੜਿਆ। ਅਸੀਂ ਉਹ ਲੜਾਈ ਜਿੱਤੀ। ਦੇਸ਼ ਦੇ ਵਿੱਚ ਬੜੀ ਵੱਡੀ ਗੱਲ ਹੋਈ 1977 'ਚ, ਸਾਰੇ ਮੁਲਕ 'ਚ ਕਾਂਗਰਸ ਹਾਰੀ, ਜਨਤਾ ਪਾਰਟੀ ਦਾ ਸਰਕਾਰ ਬਣੀ। ਨਹੀਂ ਮੈਂ ਕਿਹਾ ਹੁਣ ਤੇ ਵੀ ਐਮਰਜੈਂਸੀ ਵਰਗੇ ਹਾਲਾਤ ਮਹਿਸੂਸ ਕਰਦੇ ਜੇ? ਵੈਸੇ ਜਿਸ ਪਾਸੇ ਉਹ ਚੱਲੇ ਨੇ, ਜਿਸ ਪਾਸੇ ਚੱਲੇ ਨੇ, ਹਰੇਕ ਨੂੰ ਨੀਵਾਂ ਦਿਖਾਉਣਾ, ਆਪਦੇ ਕਿਸੇ ਵੀ ਸਾਥੀ ਦੀ ਇੱਜ਼ਤ ਨਾ ਕਰਨੀ, ਸਾਰਿਆਂ ਤੇ ਆਪਣਾ ਗਲਬਾ ਕਰਨ ਦੀ ਕੋਸ਼ਿਸ਼ ਕਰਨੀ, ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ। ਗੱਲ ਕੁਛ ਨਹੀਂ ਹੁੰਦੀ, ਗੱਲ ਮਾਨ ਸਤਿਕਾਰ ਦੀ ਹੈ, ਕੋਈ ਉਹਦੇ ਨਾਲ ਕੋਈ ਸਾਨੂੰ ਨਹੀਂ ਫਰਕ ਪੈਂਦਾ। 6 ਸਾਲ ਹੋ ਗਏ ਦਿੱਲੀ 'ਚ ਬੀਜੇਪੀ ਦੀ ਸਰਕਾਰ ਆਈ ਨੂੰ, ਕੋਈ ਸਿੱਖ ਗਵਰਨਰ ਨਹੀਂ ਲਾਇਆ। ਕਾਂਗਰਸ ਦੇ ਰਾਜ 'ਚ ਵੀ ਗਵਰਨਰ ਲੱਗਦੇ ਰਹੇ ਆ ਸਿੱਖ, ਚਲੋ ਮਾੜੇ ਚੰਗੇ, ਮੇਰਾ ਮਤਲਬ ਇਹਨਾਂ ਨੇ ਨਹੀਂ ਲਾਇਆ ਕੋਈ। ਘੱਟ ਗਿਣਤੀ ਕਮਿਸ਼ਨ ਦਾ ਜਿਹੜਾ ਵਾਈਸ ਚੇਅਰਮੈਨ ਸਾਡਾ ਸਿੱਖ ਰਿਹਾ ਹੁਣ ਤੱਕ, ਭਾਵੇਂ ਕਿਸੇ ਦਾ ਰਾਜ ਰਿਹਾ ਉੱਥੇ, ਜੇ ਸਾਡਾ ਇਹਨਾਂ ਨੇ ਸਾਨੂੰ ਪੁੱਛਿਆ ਵੀ ਨਹੀਂ ਬਣਾਉਣ, ਉਹ ਵੀ ਆਪਣਾ ਬੀਜੇਪੀ ਦਾ RSS ਦਾ ਬਣਾ ਲਿਆ। ਫਿਰ ਘੱਟ ਗਿਣਤੀ ਕਾਹਦੀ ਹੈ ਜੇ ਤੁਸੀਂ RSS ਦਾ ਹੀ ਬਣਾਉਣਾ ਉੱਥੇ, ਫਿਰ ਕਾਹਦੀ ਘੱਟ ਗਿਣਤੀ ਕਮਿਸ਼ਨ ਰਹਿ ਗਿਆ ਉਹ। ਸੋ ਇਸ ਕਰਕੇ ਹਰ ਗੱਲ ਦੇ ਵਿੱਚ ਤੁਹਾਡੇ ਵਾਲੀ ਗੱਲ ਕਿ ਜੱਫਾ ਮਾਰ ਕੇ ਕਿ ਸਭ ਕੁਝ ਆਪਦੀ ਝੋਲੀ 'ਚ ਹੀ ਪਾਉਣਾ, ਬਾਕੀ ਕਿਸੇ ਨੂੰ ਦੇਣਾ ਹੀ ਨਹੀਂ। ਤਾਂ ਲੱਗਦਾ ਕਿ ਬੀਜੇਪੀ ਦੀ ਲੀਡਰਸ਼ਿਪ ਨੂੰ ਇਹ ਲੱਗ ਗਿਆ ਕਿ ਅਕਾਲੀ ਦਲ ਪੰਜਾਬ 'ਚ ਕਮਜ਼ੋਰ ਹੋ ਗਿਆ, ਅਸੀਂ ਸੈਂਟਰ ਦੇ ਵਿੱਚ ਮਜ਼ਬੂਤ ਹੋ ਗਏ ਨੇ, ਸਾਨੂੰ ਅਕਾਲੀ ਦਲ ਦੀ ਲੋੜ ਨਹੀਂ, ਅਕਾਲੀ ਦਲ ਸਾਨੂੰ ਚਿੰਬੜਨਾ ਜਾਂ ਸਾਡੇ ਕੁੱਚੜ ਚੜ੍ਹਨਾ ਜਾਂ ਸਿਰੇ ਤੇ ਹੀ ਚੜ੍ਹ ਨਹੀਂ ਦੇਣਾ। ਸਿੱਧੂ ਸਾਹਿਬ ਇਹ ਨਹੀਂ ਵੇਖੋ, ਜਿੰਨਾ ਚਿਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਨਹੀਂ ਦਿੱਤਾ, ਉਹਨਾਂ ਚਿਰ ਅੰਦੋਲਨ ਭਖਿਆ ਨਹੀਂ ਮੁਲਕ ਦੇ ਵਿੱਚ। ਜਦੋਂ ਪਾਰਲੀਮੈਂਟ ਦੇ ਅਸਤੀਫਾ ਦਿੱਤਾ, ਸਾਰੇ ਮੁਲਕ 'ਚ ਹਾਹਾਕਾਰ ਮੱਚ ਗਈ। ਬੀਜੇਪੀ ਕੋਲ ਜਵਾਬ ਨਹੀਂ ਸੀ, ਚੀਕਾਂ ਵੱਜ ਗਈਆਂ ਬੀਜੇਪੀ ਦੀਆਂ। 3 ਮਿਨਿਸਟਰ ਪਹਿਲਾਂ ਭੇਜੇ ਮੋਦੀ ਨੇ ਵੀ ਬੀਬੀ ਨੂੰ ਕਹੋ ਅਸਤੀਫਾ ਨਾ ਦੇਵੇ। ਫਿਰ ਅੰਦਰ ਜਿਹੜਾ ਕੁਝ ਹੋਇਆ ਸਾਰਾ ਅਸਤੀਫਾ ਦੇਣ ਨਾਲ ਉਹ ਉਹਨਾਂ ਤੇ ਸਵਾਲ ਕਰਦੇ ਆ ਵਿਰੋਧੀ ਕਿ ਜੀ ਤੁਸੀਂ ਕਹਿੰਦੇ ਆਰਡੀਨੈਂਸ ਬਹੁਤ ਚੰਗੇ ਆ, ਤੇ ਕਿਸਾਨ ਮੇਨ ਕਿਸਾਨੀ ਦਾ ਧੁਰਾ ਅਕਾਲੀ ਦਲ ਹੈ ਪੰਜਾਬ ਦੇ ਵਿੱਚ, ਤੇ ਜੇ ਤੁਹਾਨੂੰ ਅਕਾਲੀ ਦਲ ਹੀ ਛੱਡ ਗਿਆ, ਉਹਦੀ ਵਜ਼ੀਰ ਹੀ ਛੱਡ ਗਿਆ, ਤੁਹਾਨੂੰ ਛੱਡ ਗਿਆ, ਉਲਟ ਵੋਟ ਪਾ ਗਿਆ, ਤੇ ਕਿਵੇਂ ਕਹਿੰਦੇ ਤੁਸੀਂ ਚੰਗੇ ਆ? ਹੁਣ ਜਵਾਬ ਨਹੀਂ ਹੈਗਾ ਵੀ ਤੁਹਾਡੇ ਭਾਈਵਾਲ ਤਾਂ ਭੱਜੀ ਜਾਂਦੇ ਆ ਤੇ ਤੁਸੀਂ ਕਹਿੰਦੇ ਆਰਡੀਨੈਂਸ ਬਹੁਤ ਚੰਗੇ ਆ, ਫਿਰ ਤੁਹਾਡੇ ਭਾਈਵਾਲ ਕਿਉਂ ਭੱਜਦੇ ਜੇ ਚੰਗੇ ਆ ਤਾਂ? ਇਸ ਕਰਕੇ ਬੀਜੇਪੀ ਸਾਡੇ ਅਸਤੀਫੇ ਦੇਣ ਨਾਲ ਬੜੀ ਕਸੂਤੀ ਫਸੀ ਹੈ, ਬੜੇ ਔਖੇ ਨੇ ਇਸ ਗੱਲ ਦੇ ਉੱਤੇ। ਉਹ ਕਿਉਂਕਿ ਕਸੂਤਾ ਤੇ ਅਕਾਲੀ ਦਲ ਵੀ ਫਸਿਆ ਹੀ, ਕਿਉਂਕਿ ਤੁਹਾਡੀਆਂ ਅੱਖਾਂ ਖੁੱਲ ਗਈਆਂ ਹੈਗੀਆਂ, ਬੀਬੀ ਨੂੰ ਅਸਤੀਫਾ ਦੇਣਾ ਪਿਆ, ਹੁਣ ਤੁਸੀਂ ਗੱਠ ਜੋੜ ਵੀ ਤੋੜ ਲਿਆ ਹੈਗਾ, ਤੇ ਲੋਕੀ ਕਹਿੰਦੇ ਨੇ ਕਿ 100 ਮਣ ਗੰਢੇ ਵੀ ਖਾਂਦੇ ਤੇ ਡੰਡੇ ਵੀ ਖਾਦੇ, ਗੱਲ ਫਿਰ ਵੀ ਅਕਾਲੀ ਦਲ ਦੀ ਨਹੀਂ ਬੰਨੀ। ਵੇਖੋ ਗੱਲਾਂ ਤਾਂ ਲੋਕਾਂ ਨੇ ਬਣਾਉਣੀਆਂ, ਨਾ ਸਾਨੂੰ ਕੋਈ ਲਾਲਚ ਹੈ। ਅਸੀਂ ਪੰਜਾਬ ਦੇ ਲਈ ਲੜਨਾ ਹੈ। ਜਦੋਂ ਅਸੀਂ ਐਮਰਜੈਂਸੀ ਦੀ ਲੜਾਈ ਲੜੀ ਸੀ, ਉਦੋਂ ਕਿਹੜਾ ਸਾਡੀ ਝੋਲੀ 'ਚ ਸਰਕਾਰ ਦੀਦੀ ਸੀ ਸਾਡੀ ਬਣ ਜੂਗੀ ਜਾਂ ਅਸੀਂ ਛੇਤੀ ਜੇਲ੍ਹਾਂ 'ਚੋਂ ਬਾਹਰ ਆ ਜਾਾਂਗੇ। ਉਦੋਂ ਬਿਨਾਂ ਜਿਹੜਾ 17 ਸਾਲ ਸੰਘਰਸ਼ ਚੱਲਿਆ 80 ਤੋਂ 97, ਉਹ ਕਿਹੜਾ ਸਾਨੂੰ ਉਹ ਨਹੀਂ ਹੁੰਦਾ। ਸਰਕਾਰਾਂ ਲੋਕਾਂ ਨੇ ਦੇਣੀਆਂ। ਇਹ ਕਾਂਗਰਸ ਤੇ ਆਪ ਵਾਲਿਆਂ ਦੇ ਕਹਿਣ ਤੇ ਕੁਝ ਨਹੀਂ ਹੋਣਾ। ਇਹਨਾਂ ਨੇ ਤਾਂ ਕਦੇ ਚੰਗਾ ਪੰਜਾਬ ਦਾ ਸੋਚਿਆ ਨਹੀਂ, ਨਾ ਚੰਗਾ ਇਹ ਕਰ ਸਕਦੇ, ਨਾ ਇਹਨਾਂ ਤੋਂ ਚੰਗਾ ਹੋਵੇ ਅੱਜ ਤਾਈਂ, ਤੇ ਨਾ ਇਹਨਾਂ ਤੋਂ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਹੈ। ਅਸੀਂ ਲੋਕਾਂ ਦੀ ਲੜਾਈ ਲੜਨੀ ਹੈ, ਨਾ ਸਾਨੂੰ ਕਿਸੇ ਸਰਕਾਰ ਦੀ ਝਾਕ ਹੈ, ਨਾ ਸਾਨੂੰ ਕਿਸੇ ਲਾਲਚ ਦੀ ਝਾਕ ਹੈ। ਲਾਲਚ ਹੁੰਦਾ ਫਿਰ ਅਸੀਂ ਬੈਠੇ ਰਹਿੰਦੇ ਚੁੱਪ ਕਰਕੇ, ਸਾਨੂੰ ਕੀ ਫਰਕ ਪੈਂਦਾ ਵਜ਼ੀਰੀ ਸਾਡੀ ਚੱਲੀ ਜਾਂਦੀ ਸੀ। ਤੇ ਬੈਠੇ ਰਹਿੰਦੇ ਫਿਰ ਇੱਥੇ ਪੰਜਾਬ 'ਚ ਘਰਾਂ 'ਚ ਬਹਿਣਾ ਪੈਣਾ ਸੀ ਨਾ, ਕਿਸਾਨਾਂ ਨੇ ਨਿਕਲ ਨਹੀਂ ਦੇਣਾ ਸੀ। ਚਲੋ ਉਹ ਤਾਂ ਵੇਖੋ, ਉਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਸੀਗੀ, ਉਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਸੀਗੀ। ਅਕਾਲੀ ਦਲ ਕਦੇ ਵੀ ਕਿਸਾਨਾਂ ਤੋਂ ਤੇ ਪੰਜਾਬ ਤੋਂ ਪਾਸੇ ਨਹੀਂ ਹੋ ਸਕਦਾ, ਕਿਉਂਕਿ ਸਾਡਾ ਜਿਉਣਾ ਮਰਨਾ ਪੰਜਾਬ ਹੈ, ਸਾਡਾ ਰਹਿਣਾ ਸਭ ਕੁਝ ਪੰਜਾਬ ਹੈ, ਸਾਡੇ ਵਾਸਤੇ ਸਭ ਕੁਝ ਪੰਜਾਬ ਹੈ। ਬਾਕੀ ਆਪ ਵਾਲਿਆਂ ਕੋਲੇ ਸਾਰਾ ਹਿੰਦੁਸਤਾਨ ਹੈ, ਬੀਜੇਪੀ ਕੋਲੇ ਸਾਰਾ ਹਿੰਦੁਸਤਾਨ ਹੈ, ਕਾਂਗਰਸ ਕੋਲੇ ਸਾਰਾ ਹਿੰਦੁਸਤਾਨ ਹੈ, ਸਾਡੇ ਕੋਲੇ ਪੰਜਾਬ ਹੈ। ਅਸੀਂ ਪੰਜਾਬ ਦੇ ਉਲਟ ਕਦੇ ਸੋਚ ਵੀ ਨਹੀਂ ਸਕਦੇ ਜਾਣਾ, ਤਾਂ ਬਹੁਤ ਵੱਡੀ ਉਲਟ ਗੱਲ ਹੈ। ਇਹ ਐਵੇਂ ਪ੍ਰਾਪੋਗੰਡਾ ਸੀ ਲੋਕਾਂ ਦਾ, ਹਾਲਾਤ ਸਮਾਂ ਅਸੀਂ ਸਾਰਾ ਜ਼ੋਰ ਲਾਇਆ ਕਿ ਇਹ ਸਮਝੌਤਾ ਸਿਰੇ ਚੜ੍ਹ ਜੇ। ਕਿਸਾਨਾਂ ਦੀ ਜਿਹੜੀ ਗੱਲ ਆ ਉਹ ਮੋਦੀ ਮੰਨ ਲੇ, ਜੋ ਕਿਸਾਨ ਚਾਹੁੰਦੇ ਆ ਮੋਦੀ ਉਹ ਲਿਖ ਕੇ ਆਰਡੀਨੈਂਸ 'ਚ ਪਾ ਦੇ, ਜਾਂ ਇਹ ਆਰਡੀਨੈਂਸਾਂ ਨੂੰ ਬੰਦ ਕਰ ਦੇ, ਮੁਲਤਵੀ ਕਰ ਦੇ, ਠਹਿਰ ਕੇ ਵੇਖ ਲਾਂਗੇ। ਪਰ ਸਾਡੀ ਗੱਲ ਨਹੀਂ ਮੰਨੀ ਗਈ ਤੇ ਅਸੀਂ ਕਿਸਾਨਾਂ ਨਾਲ ਖੜ ਕੇ ਆ ਕੇ ਇੰਨਾ ਕੁਛ ਤਾਂ ਕਰਨੀ ਚਾਹੀਦੀ। ਜੇ ਅਸੀਂ ਇੰਡੀਆ ਦੇ ਭਾਗੀਵਾਲ ਸੀ, ਇੰਨੀ ਤਾਂ ਸਾਡੀ ਡਿਊਟੀ ਬਣਦੀ ਸੀ ਕਿ ਜੇ ਕਿਵੇਂ ਨਾ ਕਿਵੇਂ ਗੱਲ ਨਿਬੜ ਜੇ ਤਾਂ ਚੰਗੀ ਗੱਲ ਹੈ। ਜ਼ਰੂਰਤ ਨਹੀਂ ਵੀ ਲੜਾਈ ਕਢਾਉਣੀ। ਕਿਸਾਨ ਵਿਚਾਰੇ ਰੇਲਾਂ ਤੇ ਬੈਠੇ ਆ, ਸੜਕਾਂ ਤੇ ਬੈਠੇ ਆ ਭੁੱਖੇ, ਤੇ ਅਕਾਲੀ ਦਲ ਯੁੱਧ ਲਾ ਰਿਹਾ, ਹੋਰ ਸਾਰੇ। ਇੱਕ ਤੇ ਛੋਟਾ ਸੰਘਰਸ਼ ਆ, ਪਤਾ ਨਹੀਂ ਕਿੱਥੋਂ ਤੱਕ ਚੱਲੇਗਾ। ਸੋ ਸਾਡੇ ਜੇ ਗੱਲਬਾਤ ਰਾਹੀਂ ਮੁੱਕ ਜਾਂਦਾ, ਜੋ ਅਸੀਂ ਚਾਹੁੰਦੇ ਸੀ ਉਹ ਹੋ ਜਾਂਦਾ, ਤਾਂ ਫਿਰ ਮਾੜੀ ਗੱਲ ਕੀ ਸੀ? ਮਜਬੂਰ ਹੋ ਗਏ ਬਾਅਦ 'ਚ ਤੁਸੀਂ? ਨਹੀਂ, ਅਸੀਂ ਕੋਈ ਮਜਬੂਰ ਨਹੀਂ ਹੋਏ। ਤੁਸੀਂ ਪ੍ਰੈਸ ਵਾਲੇ ਜੋ ਮਰਜ਼ੀ ਕਹੀ ਜਾਓ ਭਾਈ, ਹੋਰ ਜੋ ਮਰਜ਼ੀ ਕਹਿੰਦੇ, ਤੁਹਾਡਾ ਅਖਤਿਆਰ ਹੈ, ਇੰਡੀਪੈਂਡੈਂਟ ਹੈ ਸਾਰੇ ਮੁਲਕ ਦੇ ਵਿੱਚ ਹਰ ਗੱਲ। ਅਸੀਂ ਫਿਰ ਉਹੀ ਗੱਲ ਕਹਿੰਦੇ ਕਿ ਅਸੀਂ ਮਜਬੂਰ ਨਹੀਂ ਹੋਏ, ਨਾ ਕਦੇ ਅਕਾਲੀ ਦਲ ਮਜਬੂਰ ਹੁੰਦਾ ਹੈ। ਅਕਾਲੀ ਦਲ ਲੜਾਈ ਉਹ ਲੜਦਾ ਸੀ ਕਿ ਜਦੋਂ ਅਸੀਂ ਉਹਨਾਂ ਦੇ ਸਾਥੀ ਆ ਇੰਡੀਆ ਦੇ, ਇੰਡੀਆ ਨੇ ਇਹ ਕੀਤਾ ਜਿਹੜਾ ਆਰਡੀਨੈਂਸ ਲਿਆਂਦੇ ਆ, ਜੇ ਇੰਡੀਆ ਨੂੰ ਅਸੀਂ ਮਨਾ ਲਈਏ, ਜੋ ਕਿਸਾਨ ਚਾਹੁੰਦੇ ਉਹ ਕਰ ਦਈਏ। ਲਾਸਟ ਤੇ ਇੰਨੀ ਗੱਲ ਹੀ ਰਹਿ ਗਈ ਸੀ ਵੀ ਵੇਖੋ ਮੋਦੀ ਸਾਹਿਬ ਵੀ ਕਹੀ ਜਾਂਦੇ ਵੀ ਖਰੀਦ ਰਹੂਗੀ, ਖੇਤੀਬਾੜੀ ਮੰਤਰੀ ਵੀ ਕਹੀ ਜਾਂਦਾ ਖਰੀਦ ਰਹੂਗੀ, ਰਾਜਨਾਥ ਰੱਖਿਆ ਮੰਤਰੀ ਉਹ ਵੀ ਕਹਿੰਦਾ ਖਰੀਦ ਰਹੂਗੀ, ਸਾਰੀ ਬੀਜੇਪੀ ਬੋਲੀ ਜਾਂਦੀ ਹੈ ਵੀ ਖਰੀਦ ਰਹੂਗੀ। ਤੇ ਜੇ ਤੁਸੀਂ ਸੱਚੇ ਆ ਮਨੋ, ਜੇ ਤੁਹਾਡੀ ਨੀਅਤ ਸਾਫ਼ ਹੈ, ਤੇ ਫਿਰ 2 ਅੱਖਰ ਆਰਡੀਨੈਂਸ 'ਚ ਲਿਖ ਦਿਓ, ਨਵੇਂ ਕਾਨੂੰਨ 'ਚ ਨਵਾਂ ਆਰਡੀਨੈਂਸ ਜਾਰੀ ਕਰ ਦਿਓ, ਉੱਥੇ ਸੋਧ ਕਰ ਦਿੰਦੇ, ਜਾਂ ਹੁਣ ਨਵਾਂ ਕਰ ਦੇਣ। ਤਾਂ ਕੀ ਹੁੰਦਾ ਵੀ ਪੰਜਾਬ ਤੇ ਹਰਿਆਣੇ 'ਚੋਂ ਝੋਨੇ ਦੀ ਖਰੀਦ, ਕਣਕ ਦੀ ਖਰੀਦ ਕਦੇ ਬੰਦ ਨਹੀਂ ਹੋਊਗੀ। ਲੈ ਇੰਨਾ ਹੀ ਲਿਖਣੇ 3-4 ਅੱਖਰ ਤੇ ਲਿਖ ਦਿਓ। ਇੱਥੋਂ ਲੱਗਦਾ ਕਿ ਜੇ ਲਿਖਦੇ ਨਹੀਂ ਇਹ, ਇਹਨਾਂ ਦੇ ਮਨ 'ਚ ਬੇਈਮਾਨੀ ਹੈ, ਉੱਤੋਂ ਕਹਿੰਦੇ ਕੁਛ ਹੋਰ ਹੈ, ਕਰਨਗੇ ਕੁਛ ਹੋਰ। ਅੱਛਾ, ਕਿ ਇਹ ਦੱਸੋ ਹੁਣ ਜਿਹੜਾ ਗੱਠਜੋੜ ਤੋੜਤਾ ਹੈਗਾ,
ਇਹਦੀ ਵਾਪਸੀ, ਵੈਸੇ ਤੇ ਸਿਆਸਤ ਦੇ ਵਿੱਚ ਬਹੁਤ ਕੁਝ ਹੁੰਦਾ ਰਹਿੰਦਾ ਹੈਗਾ, ਵਾਪਸੀ ਹੋਏਗੀ ਜੀ? ਨਹੀਂ, ਜੇ ਅਸੀਂ ਵਾਪਸੀ ਕਰਨੀ ਹੁੰਦੀ ਫਿਰ ਸਾਨੂੰ ਤੋੜਨ ਦੀ ਕੀ ਲੋੜ ਸੀ? ਜੇ ਅਸੀਂ ਗੱਠਜੋੜ 'ਚ ਵਾਪਸੀ ਕਰਨੀ ਹੁੰਦੀ ਅਸੀਂ ਤੋੜਨ ਦੀ ਸੀ। ਹਾਂ, ਮੋਦੀ ਸਾਹਿਬ ਉੱਥੇ ਕਹਿਣ ਕਿ ਸਾਥੋਂ ਗਲਤੀ ਹੋਈ ਹੈ, ਕਿ ਜਿਹੜੇ ਆਰਡੀਨੈਂਸ ਹੈ ਅਸੀਂ ਧੱਕਾ ਕਿਸਾਨ ਨਹੀਂ ਰਹਿ ਰਹੇ ਅਕਾਲੀ ਦਲ ਨਾਲ, ਅਸੀਂ ਇਹਨਾਂ ਨੂੰ ਠੀਕ ਕਰਦੇ ਹਾਂ ਸਾਰੇ, ਜਿਵੇਂ ਪੰਜਾਬ ਦੇ ਕਿਸਾਨ ਚਾਹੁੰਦੇ ਆ ਅਸੀਂ ਠੀਕ ਕਰਦੇ ਹਾਂ। ਪੰਜਾਬ ਦੇ ਜਿਹੜੇ ਕੁਝ ਮਸਲੇ ਆ ਉਹਨਾਂ ਨੂੰ ਠੀਕ ਕਰ ਦੇਣ, ਜਿਵੇਂ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਪੰਜਾਬੀ ਦਾ ਮਸਲਾ, ਫਿਰ ਅਸੀਂ ਵਿਚਾਰ ਲਾਂਗੇ। ਹੁਣ ਕਿਉਂਕਿ ਸਮਾਂ ਰਹਿ ਗਿਆ 1.5 ਸਾਲ, ਇਲੈਕਸ਼ਨ ਤੇ ਹੁੰਦੀ ਰਹਿੰਦੀ ਹੈ, ਪੋਲੀਟੀਕਲ ਪਾਰਟੀਆਂ ਦੇ ਹਮੇਸ਼ਾ ਇਲੈਕਸ਼ਨ ਮੂਡ 'ਚ ਹੀ ਰਹਿੰਦੀਆਂ ਹੈਗੀਆਂ। ਬੀਜੇਪੀ ਤੇ ਖੁਸ਼ ਹੋਊਗੀ ਪੰਜਾਬ ਦੀ, ਜਿਹੜੀ ਕਹਿੰਦੇ ਆ ਕਿ ਅਸੀਂ ਯਾਰ ਕਿਤੇਈਆਂ ਦਾ ਨਹੀਂ ਢਿੱਡ ਭਰਨਾ, 59 ਲੈਣੀਆਂ। ਉਹ ਹੈ ਤੁਹਾਡਾ ਸਲਾਹ ਉਹਨਾਂ ਨੂੰ ਕਿ ਭਈ 69 ਕੇ ਲੈਣੀਆਂ, 117 ਹੀ ਲੜੋ ਹੁਣ? ਸਿੱਧੂ ਸਾਹਿਬ ਚਲੋ ਉਹਨਾਂ ਨੂੰ ਮੁਬਾਰਕ, 117 ਲੜਨ, ਸਾਨੂੰ ਕੋਈ ਨਹੀਂ ਗਿਲਾ ਨਹੀਂ, ਹੁਣ ਡੋਡੀਆਂ ਸੀ, ਉਹਨਾਂ ਨੂੰ ਖੁੱਲੀ ਛੁੱਟੀ ਹੈ, ਜਿੰਨੀਆਂ ਮਰਜ਼ੀ ਲੜਨ। ਇਹ ਪਤਾ ਨਹੀਂ ਕਿਵੇਂ ਸੋਚਦੇ, ਉਹੀ ਗੱਲ ਲਾਲਚ ਕਰਦੇ ਆ ਸਾਰੇ ਤੇ ਕਬਜ਼ਾ ਕਰਨ ਦਾ। ਉਹ ਕਬਜ਼ਾ ਕਰਨ ਦੀ ਬਜਾਏ ਜਿਹੜਾ ਹੈਗਾ ਕੋਲੇ ਉਹ ਵੀ ਖਵਾ ਲੈਂਦੇ ਆ। ਦਿੱਲੀ 'ਚ ਲੈ ਲਓ ਤੁਸੀਂ, ਇਹਨਾਂ ਨੂੰ 5 ਸਰਕਾਰਾਂ ਲੰਘ ਗਈਆਂ, 25 ਸਾਲ ਹੋ ਗਏ, 23 ਸਾਲ ਹੋ ਗਏ, 25ਵੇਂ ਚੱਲਦੇ ਨੇ ਕੇਜਰੀਵਾਲ ਦੇ। 2 ਵਾਰੀ ਕੇਜਰੀਵਾਲ ਜਿੱਤ ਗਿਆ, 3 ਵਾਰੀ ਕਾਂਗਰਸ ਜਿੱਤੀ। ਸਾਨੂੰ ਸੀਟਾਂ ਨਹੀਂ ਦਿੱਤੀਆਂ ਤੇ ਸਾਰੀਆਂ ਖਵਾ ਲਈਆਂ ਹੰਕਾਰ ਦੇ ਵਿੱਚ। ਜੇ ਸਾਨੂੰ 4 ਸੀਟਾਂ ਦੇ ਦਿੰਦੇ, ਸਥਿਤੀ ਦਿੱਲੀ 'ਚ ਹੋਰ ਹੁੰਦੀ, ਜਿਹੜੀ ਇਹ ਨਹੀਂ ਹੋਣੀ ਸੀ। ਉਦੋਂ ਗਾ ਹਰਿਆਣੇ 'ਚ ਆ ਜਾਓ, ਹਰਿਆਣੇ 'ਚ ਇਹਨਾਂ ਨੇ ਬੜਾ ਹੰਕਾਰ ਹੋ ਗਿਆ ਸੀਗਾ, ਪਾਰਲੀਮੈਂਟ ਦੀਆਂ 10 ਜਿੱਤ ਗਏ, ਬਹੁਤ ਹੰਕਾਰ ਹੋ ਗਿਆ। ਸਾਡੇ ਨਾਲ ਵਾਅਦਾ ਕੀਤਾ ਸੀ ਪਾਰਲੀਮੈਂਟ ਤੋਂ ਪਹਿਲਾਂ, ਡਰਦੇ ਸੀ ਇਹ ਪਾਰਲੀਮੈਂਟ ਤੋਂ ਪਹਿਲਾਂ, ਕਿ 1 ਸੀਟ ਅਸੀਂ ਉਦੋਂ 1 ਸੀਟ ਮੰਗਦੇ ਸੀ ਪਾਰਲੀਮੈਂਟ ਦੀ। ਉਹ ਕਹਿੰਦੇ ਪਾਰਲੀਮੈਂਟ ਨਾ ਲੜੋ, ਅਖੀਰ ਕਹਿੰਦੇ ਤੁਹਾਨੂੰ 10 ਸੀਟਾਂ ਦੇ ਦਾਂਗੇ, ਇਹ ਤੋਂ ਬਾਅਦ ਸਮਝੌਤਾ ਕਰ ਲਾਂਗੇ ਆਪਾਂ। ਅਸੀਂ ਆਖਿਆ ਠੀਕ ਹੈ, ਚਲ ਭਾਈਚਾਰੇ ਕਹਿੰਦੇ। ਮੁੜ ਕੇ ਕਹਿੰਦੇ ਜੀ 10 ਨਹੀਂ ਦਿੰਦੇ, ਫਿਰ ਕਹਿੰਦੇ 4 ਲੈ ਲਓ, ਸਿੱਖ 4 ਦੇ ਦਿਓ। ਅਖੀਰ ਕਹਿੰਦੇ ਜੀ 2 ਲੈ ਲਓ, ਸਿੱਖ 2 ਦੇ ਦਿਓ। ਅਖੀਰ ਕਹਿੰਦੇ ਸਾਡੇ ਕਾਰੀਕਰਤਾ ਨਹੀਂ ਮੰਨਦੇ, ਤੇ ਸਾਨੂੰ ਨਹੀਂ ਦਿੱਤੀਆਂ 2 ਸੀਟਾਂ। ਤੇ ਜਿਹੜੀਆਂ ਕਦੇ ਆਉਂਦੇ ਸੀ 80 ਪਾਰ, ਕਦੇ 75 ਪਾਰ, ਤੇ 40 ਤੇ ਮਸਾਂ ਆਏ ਰੋ ਪਿੱਟ ਕੇ ਤੇ ਗਏ ਸੀਗੇ ਜੇ ਦੁਸ਼ੰਤ ਨਾਲ ਰਲਦਾ, ਤੇ ਸਰਕਾਰ ਹੀ ਨਹੀਂ ਸੀ ਬਣਨੀ। ਜਿਹੜੀ ਹੰਕਾਰ ਨੂੰ ਮਾਰ ਪੈਂਦੀ ਹੈ, ਇਹ ਹਮੇਸ਼ਾ ਹੀ ਹੰਕਾਰ ਦੇ ਵਿੱਚ ਤੁਰੇ ਫਿਰਦੇ ਆ। ਇੱਥੇ ਵੀ ਐਵੇਂ ਹਵਾ 'ਚ ਤਲਵਾਰਾਂ ਮਾਰੀ ਜਾਂਦੇ ਆ। ਬੀਜੇਪੀ ਦਾ ਪੰਜਾਬ 'ਚ ਕੁਝ ਨਹੀਂ ਹੈਗਾ। ਅਕਾਲੀ ਦਲ ਇਹਨਾਂ ਮਾੜਾ ਕਿਉਂ ਲੱਗਣ ਲੱਗ ਪਿਆ ਬੀਜੇਪੀ ਨੂੰ? ਦਿੱਲੀ ਦੀ ਗੱਲ, ਹਰਿਆਣੇ ਦੀ ਗੱਲ ਆਪੇ ਤੁਸੀਂ ਦੱਸਿਆ। ਮਾੜਾ ਨਹੀਂ ਲੱਗਦਾ ਅਕਾਲੀ ਦਲ। ਉਹ ਸਾਰੀਆਂ, ਜਿਵੇਂ ਸ਼ਿਵ ਸੈਨਾ ਦੇ ਉੱਤੇ ਵੀ ਗਲਬਾ ਪਾ ਲਿਆ ਵੀ ਅਸੀਂ ਮੁੱਖ ਮੰਤਰੀ ਬਣਾਉਣਾ, ਹਾਲਾਂਕਿ ਉਹਨਾਂ ਦਾ ਫੈਸਲਾ ਸੀ 1 ਵਾਰੀ ਤੁਸੀਂ, 1 ਵਾਰੀ ਅਸੀਂ, ਜਾਂ ਅੱਧਾ ਟਾਈਮ ਤੁਸੀਂ, ਅੱਧਾ ਟਾਈਮ ਅਸੀਂ। ਹੁਣ ਇੱਥੇ ਵੀ ਇਹੀ ਚਾਹੁੰਦੇ ਸੀ। 59 ਸੀਟਾਂ ਦਾ ਮੰਗਣ ਦਾ ਮਤਲਬ ਹੀ ਕੀ ਹੈ? ਫਿਰ ਅਸੀਂ ਆਖਾਂਗੇ ਸਾਡਾ ਮੁੱਖ ਮੰਤਰੀ ਬਣਾਓ। ਸੋ ਇਹ ਹਰ ਚੀਜ਼ ਤੇ ਗਲਬਾ ਪਾਉਣਾ ਚਾਹੁੰਦੇ ਆ, ਹੋਰ ਨਹੀਂ ਕੋਈ ਗੱਲ। ਇਹਨੂੰ ਲੱਗਦਾ ਕਿ ਹੁਣ ਬੀਜੇਪੀ ਦੀ ਫੁੱਲ ਚੜ੍ਹਾਈ ਹੈ, ਹੁਣ ਸਾਨੂੰ ਕਿਸੇ ਭਾਈਵਾਲ ਦੀ ਲੋੜ ਨਹੀਂ ਹੈਗੀ ਜੀ? ਵੇਖੋ, ਹੰਕਾਰ ਨੂੰ ਮਾਰ ਪੈਂਦੀ ਹੈ ਹਮੇਸ਼ਾ। ਇੰਦਰਾ ਗਾਂਧੀ ਨੇ ਵੀ ਬੜੀਆਂ ਵੱਡੀਆਂ ਮੱਲਾਂ ਮਾਰੀਆਂ, ਫਿਰ ਡਿੱਗੀ ਬੜੀ ਬੁਰੀ ਤਰ੍ਹਾਂ। ਹੁਣ ਇਹ ਜਿਹੀ ਡਿੱਗੀ ਕਿ 40 45 ਸੀਟਾਂ ਤੋਂ ਅੱਗੇ ਨਹੀਂ ਜਾ ਰਹੀ। ਜਿਹੜੀ ਪਾਰਟੀ ਨੇ ਇੰਨਾ ਲੰਮਾ ਸਾਡੇ ਦੇਸ਼ 'ਤੇ ਰਾਜ ਕੀਤਾ ਹੈ, ਬੜੇ ਪ੍ਰਧਾਨ ਮੰਤਰੀ ਹੋਏ ਇਸ ਪਰਿਵਾਰ ਦੇ, ਤੇ ਹੁਣ ਯੂਪੀ ਵਰਗੇ ਸੂਬਿਆਂ 'ਚੋਂ ਸਫਾਇਆ ਹੋ ਗਿਆ। ਹੋਰ ਬਈ ਇਹ ਹੰਕਾਰ ਨਹੀਂ ਕਰਨਾ ਪੈਂਦਾ। ਰਾਜੀਵ ਗਾਂਧੀ ਵੀ 400 ਸੀਟ ਜਿੱਤ ਗਿਆ ਸੀਗਾ, ਇੰਦਰਾ ਗਾਂਧੀ ਵੀ ਜਿੱਤ ਗਈ, ਤੇ ਮੁੜ ਕੇ ਮੂੰਹ ਵੱਜੇ। ਲੋਕਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਕਰ ਦੇਣ। ਆਉਣ ਵਾਲਾ ਸਮਾਂ ਮੇਰੀ ਸਮਝ ਦੇ ਵਿੱਚ ਬਦਕਿਸਮਤੀ ਕੀ ਹੈ ਕਿ ਦੇਸ਼ ਕੋਲ ਲੀਡਰ ਹੈ ਨਹੀਂ। ਕਾਂਗਰਸ ਪਾਰਟੀ ਨਹਿਰੂ ਪਰਿਵਾਰ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੀ। ਲੋਕ ਦੇਸ਼ ਦੇ ਕਾਂਗਰਸੀਆਂ ਨੂੰ ਛੱਡ ਦਿਓ, ਸ਼ਾਇਦ ਮੇਰੀ ਗੱਲ ਤੇ ਉਹ ਬੁਰਾ ਵੀ ਮਨਾਉਣ, ਕਾਂਗਰਸੀਆਂ ਨੂੰ ਛੱਡ ਦਿਓ। ਆਮ ਲੋਕ ਜਿਹੜੇ ਚਾਹੁੰਦੇ ਨਹਿਰੂ ਪਰਿਵਾਰ ਤੋਂ ਖਹਿੜਾ ਛੁੱਟੇ, ਫਿਰ ਕਾਂਗਰਸ ਦੇ ਲੋਕੀ ਚੱਲ ਸਕਦਾ। ਹੁਣ ਨਹਿਰੂ ਪਰਿਵਾਰ ਨੂੰ ਛੱਡਦੇ ਨਹੀਂ, ਉਹਨਾਂ ਦੇ ਕੋਲ ਲੀਡਰਸ਼ਿਪ ਦੀ ਕਾਬਲੀਅਤ ਹੈ ਨਹੀਂ। ਇਸ ਕਰਕੇ ਪ੍ਰੋਬਲਮ ਆਈ ਵੀ ਹੈ। ਨਹੀਂ, ਮੋਦੀ ਤਾਂ ਡਿੱਗੇ ਡਿੱਗਿਆ। ਮੈਨੂੰ ਲੱਗਦਾ ਇੱਕ ਹੋਰ ਮਸਲਾ ਕਿ ਹੁਣ ਜਿਹੜਾ ਅਕਾਲੀ ਦਲ ਵਾਸਤੇ ਪੰਜਾਬ ਦੇ ਵਿੱਚ ਕਈ ਰਾਹ ਖੁੱਲੇ ਨੇ, ਕਈ ਘਰ ਦਰਵਾਜ਼ੇ ਖੜਕਾਏ ਜਾ ਸਕਦੇ ਗੱਠਜੋੜ ਨੂੰ। ਵੇਖੋ, ਸਾਡਾ ਕਾਂਗਰਸ ਨੂੰ ਛੱਡ ਕੇ, ਕਾਂਗਰਸ ਨੂੰ ਛੱਡ ਕੇ ਬਾਕੀ ਨਾਲ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਉਦੋਂ ਬਿਨਾ ਹੋਰ ਪਾਰਟੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ, ਚੱਲ ਸਕਦਾ ਗੱਠਜੋੜ, ਕੋਈ ਇਹੋ ਜਿਹੀ ਗੱਲ ਨਹੀਂ। ਰਲ ਮਿਲ ਕੇ ਇਕੱਠਾ ਯੂਨੀਅਨ ਪ੍ਰੋਗਰਾਮ ਬਣਾ ਕੇ ਅੱਗੇ ਤੁਰਿਆ ਜਾ ਸਕਦਾ। ਸਾਨੂੰ ਪਹਿਲਾਂ ਵੀ ਆਫਰਾਂ ਆਈਆਂ, ਅਸੀਂ ਹੁਣ ਵੀ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਅਸੀਂ ਉਧਰ ਨੂੰ ਵੀ। ਨਹੀਂ ਤਾਂ ਅਸੀਂ ਇਕੱਲੇ ਲੜਨ ਦੇ ਵੀ ਸਮਰਥ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਕੱਲੇ ਲੜਨ ਦੀ। ਇਕੱਲੇ 117 ਤੇ ਲੜ ਸਕਦੇ, ਕੋਈ ਪ੍ਰੋਬਲਮ ਨਹੀਂ। ਵੇਖੋ, ਜਿਹੜੀਆਂ 23 ਸੀਟਾਂ ਬੀਜੇਪੀ ਵਾਲਿਆਂ ਦੀ ਪ੍ਰੋਬਲਮ ਹੈ ਨਾ, 6-7 ਉਹਨਾਂ 'ਚੋਂ ਹੈ ਹੀ ਅਕਾਲੀ ਦਲ ਦੀਆਂ, 7-8 ਸੀਟਾਂ ਤਾਂ ਹੈ ਹੀ ਅਕਾਲੀ ਦਲ ਦੀਆਂ। ਤੇ ਉਦੋਂ ਬਾਅਦ ਸਾਡੇ ਕੋਲੇ ਬੜੇ ਅੱਛੇ ਹਿੰਦੂ ਪਰਿਵਾਰ ਹੈਗੇ ਨੇ ਜਿਹੜੇ ਲੜਨਾ ਚਾਹੁੰਦੇ ਨੇ ਸਾਡੀ ਟਿਕਟ ਤੇ ਅਕਾਲੀ ਦਲ ਦੇ। ਲੁਧਿਆਣੇ ਵੀ, ਅੰਮ੍ਰਿਤਸਰ ਵੀ, ਜਲੰਧਰ ਵੀ, ਅਸੀਂ ਫਿਰ ਉਹਨਾਂ ਨੂੰ ਲੜਾ ਦਿਆਂਗੇ। ਕੋਈ ਫਰਕ ਨਹੀਂ ਪੈਂਦਾ। ਤੁਸੀਂ ਵੇਖੋਗੇ ਅਕਾਲੀ ਦਲ 117 ਤੇ ਲੜੇਗਾ। ਜੇ ਨਾ ਸਾਡਾ ਕੋਈ ਠੀਕ ਸਮਝੌਤਾ ਹੋਇਆ ਤੇ 117 ਤੇ ਗੱਜ-ਵੱਜ ਕੇ ਲੜਾਂਗੇ, ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ 2022 'ਚ। ਗੱਠਜੋੜ ਬਹੁਜਨ ਸਮਾਜ ਪਾਰਟੀ ਖੱਬੀਆਂ ਧਿਰਾਂ ਦੇ ਨਾਲ ਆਪ ਨਾਲ ਵੀ ਹੋ ਸਕਦਾ ਹੈ? ਵੇਖੋ, ਆਪ ਨਾਲ ਸਾਡਾ ਨਹੀਂ ਹੋ ਸਕਦਾ, ਕਿਉਂਕਿ ਆਪ ਜਿਹੜੀ ਪਾਰਟੀ ਹੈ ਇਹਦਾ ਕੋਈ ਅਸੂਲ ਨਹੀਂ ਹੈਗਾ। ਇਹ ਵੀ ਬੇਸੂਲੀ ਪਾਰਟੀ ਹੈ, ਬੇਸੂਲਿਆਂ ਨਾਲ ਨਹੀਂ ਅਸੀਂ ਚੱਲ ਸਕਦੇ। ਕਾਂਗਰਸ ਪਾਪੀ ਪਾਰਟੀ ਹੈ, ਇਹ ਬੇਸੂਲੇ ਨੇ। ਸੋ ਇਹ ਦੋਨਾਂ ਨਾਲ ਨਹੀਂ ਸੀ ਕਿਸੇ ਕੀਮਤ ਵੀ ਕਰਦੇ। ਬਾਕੀ ਪਾਰਟੀਆਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਹੈ, ਕਮਿਊਨਿਸਟ ਪਾਰਟੀਆਂ, ਇਹਨਾਂ ਨਾਲ ਵਿਚਾਰਿਆ ਜਾ ਸਕਦਾ। ਤੁਹਾਨੂੰ ਲੱਗਦਾ ਕਿ ਮੋਦੀ ਸਰਕਾਰ ਦਾ ਜਾਂ ਬੀਜੇਪੀ ਸਰਕਾਰ ਦਾ ਹੰਕਾਰ ਟੁੱਟੂਗਾ? ਵੇਖੋ, ਤੁਹਾਨੂੰ ਮੇਰੀ ਸਮਝ ਦੇ ਵਿੱਚ ਤਾਂ ਬਿਹਾਰ 'ਚ ਹੀ ਪਤਾ ਲੱਗ ਜੂਗਾ। ਬਿਹਾਰ 'ਚ ਲੋਕੀ ਇੱਕ ਨਾਅਰਾ ਲਾਉਂਦੇ, ਉੱਥੇ ਜਿਹੜੇ ਮੈਨੂੰ ਬੰਦਿਆਂ ਨੇ ਦੱਸਿਆ, ਉੱਥੇ ਮੇਰੇ ਕਾਫੀ ਮਿੱਤਰ ਹੈਗੇ ਨੇ, ਉਹ ਕਹਿੰਦੇ ਲੋਕੀ ਨਿਤੀਸ਼ ਨੂੰ ਕਹੀ ਜਾਂਦੇ ਤੂੰ ਇਹਨਾਂ ਨੂੰ ਛੱਡ ਕੇ ਇਕੱਲਾ ਆ ਜਾ, ਨਹੀਂ ਮਰ ਜਾਏਗਾ ਇਹਨਾਂ ਦੇ ਨਾਲ ਹੀ।
ਤੇ ਜੇ ਰਿਜ਼ਲਟ ਜਿਵੇਂ ਲੋਕ ਹਵਾ ਆ ਰਹੀ ਹੈ ਉੱਥੋਂ, ਜੇ ਲੋਕ ਹਾਲਾਂਕਿ ਮੂਹਰੇ ਕੁਝ ਹੈ ਨਹੀਂ ਬਹੁਤਾ, ਲਾਲੂ ਅੰਦਰ ਆ, ਉਹ ਮੁੰਡੇ ਦੇ ਕੋਈ ਇਕੱਲਾ, ਉਹਦੇ ਬਾਵਜੂਦ ਵੀ ਜੇ ਇੰਨੀ ਹਵਾ ਆ ਰਹੀ ਹੈ ਕਿ ਲਾਲੂ ਜਿੱਤੂਗਾ, ਤੇ ਫਿਰ ਇੱਥੋਂ ਹੀ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਜਿਹੜਾ ਤੁਹਾਡਾ ਜਿਹੜਾ ਜੱਫਾ ਮਾਰਨ ਵਾਲਾ ਕੰਮ ਹੈ ਹੌਲੀ ਹੌਲੀ ਖਤਮ ਹੋਊਗਾ। ਲੋਕ ਸਾਰੇ ਲੋਕ ਮਹਿਸੂਸ ਕਰਦੇ, ਇੱਥੋਂ ਤੱਕ ਕਿ ਤੁਹਾਡੇ ਵਿਰੋਧੀ ਵੀ ਕਹਿ ਰਹੇ ਨੇ ਕਿ ਠੀਕ ਹੈ ਅਕਾਲੀ ਦਲ ਦੀ ਉੱਥੇ ਮਜਬੂਰੀ ਉਸ ਦੀ, ਪਹਿਲਾਂ ਅਸਤੀਫਾ ਦੇਣਾ ਪਿਆ, ਫਿਰ ਗੱਠਜੋੜ ਤੋੜਤਾ। ਅਕਾਲੀ ਦਲ ਕੋਲ ਇੱਕ ਬ੍ਰਹਮ ਅਸਤਰ ਸੀ, ਉਹ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਹਨੂੰ ਪੂਰਾ ਦੇਸ਼ ਪਹਿਚਾਣਦਾ, ਉਹ ਅਗਵਾਈ ਵੀ ਕਰ ਸਕਦੇ ਘੱਟ ਗਿਣਤੀਆਂ ਜਿਹੜੀਆਂ ਪਾਰਟੀਆਂ ਜਿਹੜੇ ਫੈਡਰਲ ਢਾਂਚੇ ਦੀ ਮੰਗ ਕਰਦੇ, ਉਹ ਬ੍ਰਹਮ ਅਸਤਰ ਐਵੇਂ ਫਜ਼ੂਲ ਹੀ ਕਰਤਾ ਅਕਾਲੀ ਦਲ ਨੇ। ਵੇਖੋ ਕਈ ਵਾਰੀ ਫੈਸਲੇ ਐਸੇ ਹੋ ਜਾਂਦੇ ਨੇ, ਕੁਝ ਕਿਹਾ ਨਹੀਂ ਜਾ ਸਕਦਾ ਇਹਦੇ ਬਾਰੇ, ਕਿਉਂਕਿ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਕਿਉਂ ਹੋਇਆ ਇਹ, ਤੇ ਮੇਰੀ ਆਪਣੀ ਰਾਏ ਹੈਗੀ, ਕਿਉਂਕਿ ਮੈਨੂੰ ਨਹੀਂ ਪੂਰੀ ਜਾਣਕਾਰੀ ਵੀ ਇਹ ਕਿਵੇਂ ਹੋਇਆ, ਮੈਂ ਤੁਹਾਨੂੰ ਕੋਈ ਗੱਲ ਕਰਾਂ, ਪਰ ਮੇਰੀ ਆਪਣੀ ਰਾਏ ਹੈ ਕਿ ਸਾਨੂੰ ਸਰਦਾਰ ਦੇਣਾ ਚਾਹੀਦਾ। ਉਹ ਲੱਗਦਾ ਕਿ ਅਕਾਲੀ ਦਲ ਦਾ ਜਿਹੜਾ ਹਮੇਸ਼ਾ ਉਹਨਾਂ ਨੇ ਘੱਟ ਗਿਣਤੀਆਂ ਦੀ ਗੱਲ ਕੀਤੀ ਗਈ ਆ, ਫੈਡਰਲ ਢਾਂਚੇ ਦੀ ਗੱਲ ਕੀਤੀ ਹੈ, ਅਕਾਲੀ ਦਲ ਪੁਰਾਣਾ ਜਿਹੜਾ ਅਕਾਲੀ ਦਲ ਦੀ ਰਵਾਇਤ ਸੀ ਸੂਬੇ ਦੇ ਵੱਧ ਅਧਿਕਾਰਾਂ ਨੂੰ ਲੈ ਕੇ, ਉਸ ਤੇ ਉਹਨੂੰ ਪਹਿਰਾ ਦੇਣ ਦੀ ਲੋੜ ਪਏਗੀ, ਹੁਣ ਉਸੇ ਏਜੰਡੇ ਨੂੰ ਲੈ ਕੇ ਚੱਲੇਗੀ ਜੀ। ਹਾਂ, ਅਸੀਂ ਉਸੇ ਏਜੰਡੇ ਤੇ ਚੱਲਾਂਗੇ। ਅਸੀਂ ਫੈਸਲਾ ਕੀਤਾ ਕੱਲ੍ਹ ਹੀ, ਅਸੀਂ ਦੇਸ਼ ਦੀਆਂ ਜਿਹੜੀਆਂ ਸਟੇਟਾਂ ਦੀਆਂ ਪਾਰਟੀਆਂ ਨੇ, ਜਿਵੇਂ ਹਰਿਆਣੇ ਦੀ ਹੈ, ਚਟਾਲਿਆਂ ਦੀ ਪਾਰਟੀ ਹੈ, ਮਾਇਆ ਉੱਥੋਂ ਵਾਲੀ, ਯੂਪੀ ਉੱਥੋਂ ਵਾਲੀ ਹੈਗੀ, ਕਲਕੱਤੇ ਵਾਲੀ ਮਮਤਾ ਬੈਨਰਜੀ ਹੈ, ਉੜੀਸਾ ਵਾਲਾ ਪਟਨਾਇਕ ਹੈ, ਸ਼ਰਦ ਪਵਾਰ ਹੈ, ਨਾਇਡੂ ਹੈਗਾ, ਜਿਹੜੇ ਆਂਧਰਾ ਤਾਮਿਲਨਾਡੂ ਵਾਲੇ ਹੈਗੇ ਆ, ਅਸੀਂ ਲੋਕਲ ਪਾਰਟੀਆਂ ਨਾਲ ਕੰਟੈਕਟ ਕਰਾਂਗੇ ਸਾਰੀਆਂ ਨਾਲ, ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਵੱਧ ਅਧਿਕਾਰਾਂ ਦੀ ਲੜਾਈ ਲੜੀਏ। ਨਹੀਂ ਤਾਂ ਜੋ ਹਿੰਦੁਸਤਾਨ ਦੇ ਹਾਲਾਤ ਆਉਂਦੇ ਸਮੇਂ 'ਚ ਬਣਦੀ ਜਾਂਦੀ ਹੈ, ਕਿਸੇ ਨੂੰ ਕੁੱਟ ਕੇ, ਕਿਸੇ ਨੂੰ ਡਰਾ ਕੇ, ਕਿਸੇ ਨੂੰ ਧੱਕੇ ਨਾਲ, ਜਿਵੇਂ ਹੁਣ ਬੰਗਾਲ 'ਚ ਵੀ ਕਰ ਰਹੇ ਆ, ਹੋਰ ਕਈ ਥਾਈਂ ਕੀਤਾ ਇਹਨਾਂ ਨੇ ਕੁਛ, ਆਉਣ ਵਾਲੇ ਸਮੇਂ 'ਚ ਫਿਰ ਦੇਸ਼ ਲਈ ਖਤਰੇ ਦੀ ਘੰਟੀ ਹੈ। ਇਹਨਾਂ ਨੇ ਬੀਜੇਪੀ ਸਰਕਾਰ ਨੇ ਜਿਹੜੇ ਸੂਬੇ ਕੋਲ ਅਧਿਕਾਰ ਸੀ ਉਹ ਵੀ ਖੋਲੇ ਹੌਲੀ ਹੌਲੀ, ਚਾਹੇ ਖੇਤੀਬਾੜੀ ਵੀ ਖੋ ਕੇ ਲੈ ਗਏ, ਕਹਿੰਦੇ ਸਾਡਾ ਹੀ ਚੀਫ ਸੈਕਟਰੀ ਇਹੀ ਲਵਾਉਣਗੇ, ਡੀਜੀਪੀ ਵੀ ਇਹੀ ਲਾਉਣਗੇ ਹੁਣ ਜੀ। ਨਹੀਂ, ਪਹਿਲਾਂ ਤਾਂ ਜਦੋਂ ਨੋਟਬੰਦੀ ਕੀਤੀ ਕਿਸੇ ਤੋਂ ਨਹੀਂ ਪੁੱਛਿਆ, ਉਹ ਇਹਨਾਂ ਨੇ ਯੂਪੀ ਦੀ ਇਲੈਕਸ਼ਨਾਂ ਕਰਕੇ ਕੀਤੀ, ਚਲੋ ਕਰਤੀ ਇਹਨਾਂ ਨੇ, ਕਾਲਾ ਧਨ ਕਿੱਥੇ ਕਰਿਆ, ਫਿਰ ਜੀਐਸਟੀ ਕਰਤੀ, ਕਿਸੇ ਨੂੰ ਨਹੀਂ ਪੁੱਛਿਆ। ਜੀਐਸਟੀ ਐਡਾ ਵੱਡਾ ਫਰਾਡ ਹੈ, ਕੋਈ ਫਾਇਦਾ ਨਹੀਂ ਹੋਇਆ ਉਹਦਾ। ਵੇਖੋ ਸਾਡੇ ਸੂਬੇ 'ਚੋਂ ਜੀਐਸਟੀ ਪਹਿਲਾਂ ਦਿੱਲੀ ਜਾ ਰਹੀ ਹੈ, ਫਿਰ ਉਹ ਮਿੰਨਤਾਂ ਕਰਾ ਕੇ ਦਿੰਦੇ ਆ, ਤੇ ਇਹ ਕਿਉਂ ਨਹੀਂ ਕੀਤਾ? ਜੇ ਸਾਨੂੰ 50% ਹੀ ਦੇਣੀ ਹੈ, ਚਾਹੀਦਾ ਸੂਬੇ ਨੂੰ 70% ਦੇਣੀ ਹੈ, ਹੱਕ ਬਣਦਾ ਸਾਡਾ 70% ਦਾ, ਕਿਉਂਕਿ ਤਰੱਕੀ ਤਾਂ ਸਾਰੀ ਅਸੀਂ ਕਰਾਉਣੀ ਹੈ, ਸੈਂਟਰ ਨੇ ਕੀ ਕਰਨਾ, ਖਰਚ ਤਾਂ ਸਾਰਾ ਅਸੀਂ ਕਰਨਾ, ਸਾਨੂੰ 70% ਦੇਣਾ ਚਾਹੀਦਾ। ਚਲ ਮੈਂ ਕਹਿੰਦਾ ਜਿਹੜਾ 50 ਵੀ ਹੈ ਉਹ ਵੀ ਦਿੱਲੀ ਕਿਉਂ ਜਾਵੇ, ਸਾਡਾ ਆਪਦਾ ਉਹ ਦਿੱਲੀ ਲੈ ਜਾਣ, ਤੇ ਸਾਡਾ ਇੱਥੇ ਕਿਉਂ ਨਹੀਂ ਰਹਿੰਦਾ? ਇਹ ਧੱਕਾ ਨਹੀਂ ਹੈਗਾ ਇੱਥੇ? ਜਿਹੜੇ ਉਹ ਸਾਰਾ ਪੈਸਾ ਵੀ ਉੱਥੇ ਲੈ ਗਏ, ਮਰਜ਼ੀ ਆ ਦੇਣ, 6 ਮਹੀਨੇ ਕੱਢ ਦੇਣ, ਚੀਕਾਂ ਵੱਜ ਜਾਣਗੀਆਂ ਸਟੇਟ ਦੀਆਂ। ਹਜੇ ਦੇ ਨਹੀਂ ਰਹੇ, ਪੰਜਾਬ ਨੂੰ ਤਾਂ ਮਿਲੇ ਨਹੀਂ ਹਲੇ ਜੀ। ਨਹੀਂ, ਮੈਂ ਕਹਿੰਦਾ ਉਹੀ ਕਹਿਣਾ, ਜੇ 2-3 ਮਹੀਨੇ ਨਾ ਦੇਣ ਤੇ ਚੀਕਾਂ ਵੱਜ ਜਾਣਗੀਆਂ ਸਟੇਟ ਦਾ, ਉਸੇ ਤੇ ਚੱਲਦਾ ਕੰਮ ਤਾਂ ਸਾਰਾ। ਸਵੇ ਧੱਕਾ ਨਹੀਂ ਹੈ ਬਹੁਤ ਵੱਡਾ? ਪੰਜਾਬ ਦਾ ਪੰਜਾਬ 'ਚ ਰਹਿਣਾ ਚਾਹੀਦਾ, 50% ਉਹਨਾਂ ਦਾ ਕੀ ਲੱਗਿਆ, ਸਾਡੇ 50% ਦੇ ਵਿੱਚ ਕਿਉਂ ਦਿੱਲੀ ਲੈ ਜਾਂਦੇ ਨੇ? ਗਲਤ ਹੈ ਇਹ, ਰੌਲਾ ਪਾਉਣਾ ਚਾਹੀਦਾ ਸਾਰੇ ਸੂਬਿਆਂ ਨੂੰ ਇਕੱਠੇ ਹੋ ਕੇ। ਅੱਛਾ, ਕੈਪਟਨ ਅਮਰਿੰਦਰ ਸਿੰਘ ਦੀ ਵੀ ਸਟੇਟਮੈਂਟ ਆਈ ਕਿ ਇਹ ਗੱਲ ਨਹੀਂ ਬੰਨੀ, ਹੁਣ ਬਹੁਤ ਦੇਰੀ ਹੋ ਗਈ, ਆ ਮਜਬੂਰੀ ਆ, ਕੁਰਸੀ ਛੱਡਣੀ ਮਜਬੂਰੀ ਆ, ਗੱਠਜੋੜ ਤੋੜਨਾ ਵੀ ਮਜਬੂਰੀ ਆ। ਵੇਖੋ ਅਮਰਿੰਦਰ ਸਿੰਘ ਹੋਰਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ ਹੈ। ਅਮਰਿੰਦਰ ਸਿੰਘ ਤਾਂ ਟੋਟਲੀ ਝੂਠਾ ਹੈ। ਆਪ ਇਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਦਿੱਤਾ, ਇੱਥੇ ਦਿੱਤਾ, ਦਿੱਲੀ ਵਾਲੇ 19 ਚ ਨੈਸ਼ਨਲ ਕਾਂਗਰਸ ਪਾਰਟੀ ਨੇ ਉਹੀ ਗੱਲਾਂ ਦਿੱਤੀਆਂ। ਜੇ ਤੁਸੀਂ ਪੁਰਾਣਾ ਰਿਕਾਰਡ ਕਰ ਲਓ, ਸੁਸ਼ਮਾ ਗਾਲਾਂ ਕੱਢੀ ਜਾਂਦੀ ਹੈ, ਕਾਂਗਰਸ ਕਹੀ ਜਾਂਦੀ ਹੈ ਚੰਗੇ ਇਹ ਆਰਡੀਨੈਂਸ ਪਾਰਲੀਮੈਂਟ ਦੇ ਵਿੱਚ। ਉਦੋਂ ਅੱਗੇ ਤੁਸੀਂ ਆ ਜਾਓ, ਇਹ ਸ਼ਿਵ ਸੈਨਾ ਨੇ ਇਹ ਫਿਰ ਸਾਨੂੰ ਤਾਂ ਇਹ ਮਿਹਣੇ ਦਿੰਦੇ ਰਹੇ। ਸ਼ਿਵ ਸੈਨਾ ਨੇ ਵੋਟਾਂ ਬਿੱਲ ਦੇ ਹੱਕ 'ਚ ਪਾਈਆਂ ਨੇ ਦਲੇਰੀ ਨਾਲ, ਰਾਜ ਸਭਾ 'ਚ ਤੇ ਲੋਕ ਸਭਾ 'ਚ, ਤੇ ਇਹ ਉੱਥੇ ਕੀ ਕਰਦੇ ਬੈਠੇ? ਉਹਨਾਂ ਨੂੰ ਸਮਝੌਤਾ ਕਾਹਦਾ ਰੱਖੀ ਬੈਠੇ ਆ? ਉੱਥੇ ਵਜ਼ੀਰੀਆਂ ਕਾਹਦੀ ਮਾਣੀ ਜਾਂਦੇ ਆ? ਫਿਰ ਕਰਦੇ ਕਿਉਂ ਨਹੀਂ ਤਿਆਗ? ਜੇ ਇੰਨੀ ਅਣਖ ਹੈ ਤੇ ਫਿਰ ਬਣੋ ਮਰਦ, ਛੱਡੋ, ਅਸੀਂ ਤਾਂ ਛੱਡਤਾ ਸਾਰਾ ਕੁਝ, ਫਿਰ ਤੁਸੀਂ ਵੀ ਛੱਡੋ ਉੱਥੇ ਸ਼ਿਵ ਸੈਨਾ ਦਾ ਸਾਥ। ਸੋ ਇੱਕ ਹਾਥੀ ਦੇ ਦੰਦ ਖਾਣ ਦੇ ਹੋਰ ਆ, ਵਿਖਾਉਣ ਦੇ ਹੋਰ ਆ। ਕਾਂਗਰਸ ਪਾਰਟੀ ਤਾਂ ਇਸ ਮਾਮਲੇ 'ਚ ਟੋਟਲੀ ਝੂਠੀ ਹੈ। ਕਾਂਗਰਸ ਵੀ ਲੋਕ ਇਹਨਾਂ ਦੇ ਨਾਗਰੇ ਨੇ ਦੇਤਾ ਅਸਤੀਫਾ ਹਰਸਿਮਰਤ ਕੌਰ ਬਾਦਲ ਤੋਂ ਬਾਅਦ। ਮਨਜ਼ੂਰ ਸਾਡਾ ਤਾਂ ਰਾਤ ਨੂੰ ਹੀ ਹੋ ਗਿਆ ਸੀ, ਇਹਨਾਂ ਦਾ ਹੋ ਗਿਆ ਮਨਜ਼ੂਰ। ਦੇਖੋ ਫਿਰ ਕਿਉਂ ਨਹੀਂ ਕਰਾਉਂਦੇ ਮਨਜ਼ੂਰ? ਮੈਂ ਤਾਂ ਉਦੋਂ ਹੀ ਕਹਿਤਾ ਸੀ ਵੀ ਡਰਾਮਾ ਇਹ। ਜੇ ਮਰਦਾ ਤਾਂ ਨਾਗਰਾ ਜਾ ਕੇ ਸਪੀਕਰ ਨੂੰ ਕਹੇ ਮੇਰਾ ਅਸਤੀਫਾ ਮਨਜ਼ੂਰ ਕਰ, ਮੈਂ ਨਹੀਂ ਰਹਿਣਾ, ਤੇ ਜਾਂਦਾ ਕਿਉਂ ਨਹੀਂ ਸਪੀਕਰ ਕੋਲੇ ਨਾਗਰਾ? ਉਹ ਡਰਾਮੇਬਾਜ਼ੀਆਂ ਕਰਦੇ ਆ। ਕਾਂਗਰਸ ਨੇ ਹਮੇਸ਼ਾ ਡਰਾਮਿਆਂ ਨਾਲ ਕੰਮ। ਸ਼ਿਵ ਸੈਨਾ ਦਾ ਕਿਉਂ ਨਹੀਂ ਸਾਥ ਛੱਡਦੇ? ਜੇ ਇਹ ਬਿੱਲਾਂ ਦੇ ਹੱਕ 'ਚ ਹੈ ਤੇ ਉਹਨਾਂ ਨੇ ਤਾਂ ਬਿੱਲ ਦੇ ਹੱਕ 'ਚ ਵੋਟ ਪਾਈ ਹੈ, ਬਿੱਲਾਂ ਦੇ ਵਿਰੋਧ 'ਚ ਹੈ, ਤੇ ਫਿਰ ਉੱਥੇ ਕਿਉਂ ਜੱਫੀ ਪਾਈ ਬੈਠੇ ਵਜ਼ੀਰੀਆਂ ਨੂੰ? ਫਿਰ ਕਿਉਂ ਨਹੀਂ ਛੱਡਦੇ ਸ਼ਿਵ ਸੈਨਾ ਦੀ ਸਰਕਾਰ? ਇਹ ਤਾਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਵੇਖੋ ਮੈਂ ਤਾਂ ਇਹ ਕਹਿਣਾ ਕਿ ਹੁਣ ਵੇਲਾ ਆ ਗਿਆ, ਅਸੀਂ ਕਿਸਾਨਾਂ ਨੂੰ ਨਾ ਲੜਾਈਏ, ਕਿਸਾਨਾਂ ਨੂੰ ਨਾ ਮਰਵਾਈਏ ਗਰਮੀ 'ਚ, ਧੁੱਪੇ, ਹੋਰ ਵਿਚਾਰੇ ਬਹੁਤ ਤੰਗ ਆ ਉਹ, ਬਸ ਔਖਾ ਹੁੰਦਾ ਗਰੀਬ ਬੰਦਿਆਂ ਨੂੰ ਇੰਨੀ ਲੜਾਈ ਲੜਨੀ। ਹੁਣ ਵੇਲਾ ਆ ਗਿਆ ਅਸੀਂ ਲੜੀਏ ਮੂਹਰੇ ਹੋ ਕੇ। ਮੈਂ ਤਾਂ ਕਹਿੰਦਾ, ਮੈਂ ਬੜੀ ਵੱਡੀ ਗੱਲ ਕਹਿਣ ਲੱਗਿਆ ਵੈਸੇ ਤੁਹਾਡੇ ਚੈਨਲ ਤੇ, ਕਿ ਅਮਰਿੰਦਰ ਲੱਗੇ ਮੂਹਰੇ, ਸਾਰੇ ਮੈਂਬਰ ਪਾਰਲੀਮੈਂਟ ਅਸਤੀਫਾ ਦੇਣ ਜਾਂ ਨਾਲ ਚੱਲਣ ਉੱਥੇ ਦਿੱਲੀ।
ਉੱਥੇ ਬੈਠ ਗਏ ਮਰਨ ਵਰਤ ਤੇ। ਅਮਰਿੰਦਰ ਬੈਠੇ, ਮੈਂ ਚੱਲੂਗਾ ਮੂਹਰੇ, ਸਾਡੀ ਪਾਰਟੀ ਚੱਲੂਗੀ, ਉੱਥੇ ਮਰਨ ਵਰਤ ਰੱਖੀ ਚੱਲ ਕੇ, ਬਸ ਲੀਡਰ। ਤੇ ਕਿਉਂ ਲੋਕਾਂ ਨੂੰ ਅਸੀਂ ਵਿਪਤਾ ਦੇ ਵਿੱਚ ਪਾਇਆ? ਚੀਕਾਂ ਵੱਜ ਜਾਣਗੀਆਂ ਸੈਂਟਰ ਗੌਰਮੈਂਟ ਦੀਆਂ, ਅਮਰਿੰਦਰ ਮੂਹਰੇ ਬੈਠੇ ਮਰਨ ਵਰਤ ਦੇ ਨਾਲ, ਅਸੀਂ ਸਾਰੇ ਬੈਠਾਂਗੇ ਤੇ ਸਾਰੇ ਜੇ ਅਸਤੀਫਾ ਦੇ ਦਈਏ, ਜਿੰਨੇ ਪਾਰਲੀਮੈਂਟ ਦੇ ਆ, ਚਾਹੇ ਲੋਕ ਸਭਾ ਦੇ ਚਾਹੇ ਰਾਜ ਸਭਾ ਦੇ, ਸਾਰੇ ਅਸਤੀਫਾ ਦੇ ਦਈਏ ਤੇ ਵੇਖੋ ਚੀਕਾਂ ਵੱਜ ਜਾਣਗੀਆਂ, ਉੱਥੇ ਚਿਗੜਾ ਪੈ ਜਾਊਗਾ। ਘਰੇ ਫਿਰ ਮਰਦਾਂ ਵਾਲੀ ਗੱਲ ਲੱਗੇ ਮੂਹਰੇ, ਫਿਰ ਅਸੀਂ ਵੀ ਚੱਲਾਂਗੇ ਉੱਥੇ ਸਾਰੇ। ਕਿਉਂ ਐਵੇਂ ਕਿਸਾਨਾਂ ਨੂੰ ਵਿਚਾਰਿਆਂ ਨੂੰ ਵਿਪਤਾ 'ਚ ਪਾ ਛੱਡਿਆ? ਹੁਣ ਅਸੀਂ ਕਿਉਂ ਨਹੀਂ ਕੁਰਬਾਨੀ ਦੇ ਸਕਦੇ? ਅਸੀਂ ਦੇਈਏ ਚੱਲ ਕੇ ਕੁਰਬਾਨੀ। ਕੈਪਟਨ ਅਮਰਿੰਦਰ ਸਿੰਘ ਅੱਗੇ ਜਾਂ ਫੈਡਰਲ ਢਾਂਚੇ ਨੂੰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਨ, ਪ੍ਰਕਾਸ਼ ਸਿੰਘ ਬਾਦਲ ਅੱਗੇ ਲੱਗਣ ਜੀ? ਕਾਂਗਰਸ ਵੱਧ ਅਧਿਕਾਰ ਦੇਊਗੀ ਨਹੀਂ। ਜੇ ਕਾਂਗਰਸ ਨੇ ਦੇਣੇ ਹੁੰਦੇ 73 ਸਾਲਾਂ ਚੋਂ 50 ਸਾਲ ਇਹਨੇ ਰਾਜ ਕੀਤਾ, ਫਿਰ ਦਿੱਤੇ ਕਿਉਂ ਨਹੀਂ ਕਿਸੇ ਸੂਬੇ ਨੂੰ ਅਧਿਕਾਰ? ਕਾਂਗਰਸ ਨੇ ਵੀ ਰੱਜ ਕੇ ਖੋਹੇ ਆ ਸੂਬਿਆਂ ਦੇ ਅਧਿਕਾਰ ਤੇ ਬੀਜੇਪੀ ਨੇ ਵੀ ਰੱਜ ਕੇ ਖੋਹੇ ਆ। ਦੋਨੇ ਹੀ ਖੋਹਣ ਤੇ ਲੱਗੀਆਂ, ਦੋਨਾਂ ਦੀ ਇੱਕੋ ਹੀ ਨੀਤੀ ਹੈ, 19-21 ਦਾ ਹੀ ਫਰਕ ਹੈ ਬਸ। ਜਿਹੜੀ ਦੋਨੇ ਪਾਰਟੀਆਂ ਕਾਂਗਰਸ ਔਰ ਬੀਜੇਪੀ ਹੈਗੇ, ਇਹ ਚਾਹੁੰਦੀਆਂ ਨਹੀਂ ਹੈਗੇ ਕਿ ਜਿਹੜੀ ਖੇਤਰੀ ਪਾਰਟੀਆਂ ਨੇ ਮਜ਼ਬੂਤ ਹੋਣ, ਇਹ ਖਤਮ ਕੀਤੀਆਂ ਜਾਣ। ਜਿਹੜਾ ਤੁਸੀਂ ਹੁਣ ਸਵਾਲ ਕਰਤਾ ਇਹ ਬਿਲਕੁਲ ਠੀਕ ਹੈ। ਦੋਨਾਂ ਦੀ ਨੀਤੀ ਇਸ ਮਾਮਲੇ 'ਚ ਇੱਕੋ ਹੀ ਹੈ ਕਿ ਕੋਈ ਖੇਤਰੀ ਪਾਰਟੀ ਨਹੀਂ ਹੋਣੀ ਚਾਹੀਦੀ, ਦੇਸ਼ ਹੀ ਇੱਕ ਹੋਣਾ ਚਾਹੀਦਾ। ਤੇ ਫਿਰ ਜੇ ਇਹਨਾਂ ਨੂੰ ਇੰਨਾ ਹੀ ਹੰਕਾਰ ਹੈ, ਫਿਰ ਸੂਬੇ ਸਾਬੇ ਤੋੜ ਦੇਣ, ਇੱਕੋ ਸੰਗੀ ਢਾਂਚਾ ਬਣਾ ਲੈਣ, ਰਾਸ਼ਟਰਪਤੀ ਦੀ ਸਿੱਧੀ ਚੋਣ ਕਰਦਿਆ ਕਰਨ, ਬੈਠੇ ਰਹਿਣਾ ਆਪਦਾ ਕਰੀ ਜਾਣ, ਦੂਜਿਆਂ ਨੂੰ ਮਾਰ ਦੇਣ ਸਾਰਿਆਂ ਨੂੰ। ਇਹ ਤਾਂ ਗੱਲਬਾਤ ਰਹੇਗੀ ਕਿ ਸਾਡੀ 2022 'ਚ ਸਰਕਾਰ ਬਣੂਗੀ, ਇਹ ਵੀ ਇੱਕ ਸੁਪਨਾ ਹੀ ਹੈ ਜੀ। ਅਕਾਲੀ ਦਲ ਨੇ ਕਦੇ ਸੁਪਨੇ ਨਹੀਂ ਲਏ, ਅਕਾਲੀ ਦਲ ਹਕੀਕਤ ਜਾਣਦਾ। ਵੇਖੋ ਲੋਕ ਤਾਂ ਸੀ ਅਕਾਲੀ ਦਲ ਨੂੰ ਐਂ ਕਰਨਗੇ, ਫਲਾਨਾ ਹੋਣਗੇ। ਜਿੱਦੇ ਸੁਖਬੀਰ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਸਾਡੇ ਪ੍ਰਧਾਨ ਸਾਹਿਬ ਤਲਵੰਡੀ ਸਾਬੋ ਤਖਤ ਤੇ ਆਏ ਆ, ਲੋਕੀ ਆਪ ਮਾਰੇ ਗਏ ਆ ਉੱਥੇ। ਇੰਨਾ 20-25 ਹਜ਼ਾਰ ਦਾ ਇਕੱਠ ਹੋਇਆ ਉੱਥੇ। ਅਸੀਂ ਬਹੁਤ ਵੱਡਾ ਹਾਲ ਆ ਉੱਥੇ, ਇੱਕ ਨਵਾਂ ਬਣਿਆ ਕੋਈ 12-13 ਹਜ਼ਾਰ ਬੰਦੇ ਦਾ। ਮੈਨੂੰ ਸਾਡਾ ਉੱਥੋਂ ਦਾ ਲੋਕਲ ਜਿਹੜਾ MLA ਕਹਿੰਦਾ, ਇਹ ਐਡਾ ਹਾਲ ਭਰਨਾ ਨਹੀਂ, ਤੂੰ ਇੱਥੇ ਕਹਿਤਾ। ਮੈਂ ਕਿਹਾ ਤੂੰ ਵੇਖੇਂਗਾ, ਹਾਲ ਵੀ ਭਰ ਗਿਆ, ਮੂਹਰੇ ਸੜਕਾਂ ਵੀ ਭਰੀਆਂ, ਲੰਗਰ ਹਾਲ ਵੀ ਭਰਿਆ। ਇੰਨੀ ਦੁਨੀਆ ਹੁਮਾ ਕੇ ਆਈ, ਲੋਕੀ ਆਪੇ ਆ ਗਏ। ਜੇ ਸਾਡੇ ਨਾਲ ਲੋਕ ਹੈ ਨਹੀਂ ਤੇ ਫਿਰ ਉੱਥੇ ਕਿਵੇਂ ਆ ਗਿਆ 20-25 ਹਜ਼ਾਰ? ਜਿਹਦੇ 'ਚ 30-35% ਨੌਜਵਾਨ ਸੀਗਾ ਪੰਜਾਬ ਦਾ। ਫਿਰ ਅਸੀਂ ਧਰਨੇ ਲਾਏ ਸਾਰੇ ਪੰਜਾਬ ਦੇ ਵਿੱਚ, ਧਰਨੇ ਵੀ ਸਾਡੇ ਕਾਮਯਾਬ ਹੋਏ। ਤੇ ਉਸ ਤੋਂ ਬਾਅਦ ਹੁਣ ਜਿਹੜਾ 1 ਤਰੀਕ ਦਾ ਮਾਰਚ ਹੈ, ਤੁਹਾਨੂੰ ਉਹਦੇ ਤੇ ਪਤਾ ਲੱਗ ਜਾਏਗਾ ਸਾਰਾ। ਲੱਗੇ ਕਿ ਅਕਾਲੀ ਦਲ ਜਿਹੜਾ ਧਰਤੀ ਤੇ ਪੈਰ ਖਿਸਕੇ ਹੀ, ਉਹ ਫਿਰ ਪੈਰ ਟਿਕ ਗਿਆ। ਨਹੀਂ, ਸਾਡੇ ਪੈਰ ਕੋਈ ਖਿਸਕੇ ਨਹੀਂ, ਐਵੇਂ ਪ੍ਰਚਾਰ ਹੀ ਹੁੰਦਾ, ਕਰੀ ਜਾਂਦੇ ਆ। ਚਲੋ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਵਿਰੋਧੀਆਂ ਦਾ ਬਹੁਤ ਵੱਡਾ ਸਾਡੇ ਤੇ ਹਮਲਾ ਸੀਗਾ, ਪ੍ਰੈਸ ਵੀ ਥੋੜਾ ਬਹੁਤਾ ਉਹਨਾਂ ਦੀਆਂ ਗੱਲਾਂ 'ਚ ਆ ਗਈ। ਚਲੋ ਕੋਈ ਗੱਲ ਨਹੀਂ, ਜੋ ਦਿਖਦਾ ਹੈਗਾ, ਜੋ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਹੈ ਚੱਲਦਾ ਰਹਿੰਦਾ। ਮੈਂ ਨਹੀਂ ਕਿਸੇ ਤੇ ਕੋਈ, ਸਾਨੂੰ ਗਿਲਾ ਨਹੀਂ ਹੈਗਾ। ਅਸੀਂ ਹਰ ਗੱਲ ਸਾਨੂੰ ਮੰਨਣੀ ਸੁਣਨੀ ਚਾਹੀਦੀ ਹੈ, ਮੰਨਣੀ ਚਾਹੀਦੀ, ਆਪਦੀ ਗੱਲ ਕਹਿਣੀ ਚਾਹੀਦੀ ਹੈ, ਕੋਈ ਫਰਕ ਨਹੀਂ ਹੁੰਦਾ। ਹਰ ਬੰਦੇ ਦੀ ਆਪਣੀ ਸੋਚ ਹੈ, ਪ੍ਰੈਸ ਦੀ ਆਪਣੀ ਸੋਚ ਹੈ, ਸਾਡੀ ਆਪਣੀ ਹੈ, ਅਪੋਜੀਸ਼ਨ ਪਾਰਟੀਆਂ ਦੀ ਆਪਣੀ ਹੈ। ਗਾਂ ਫੈਸਲਾ ਲੋਕਾਂ ਨੇ ਕਰਨਾ ਸਾਰਾ ਜਿਹੜਾ ਕਰਨਾ। ਅਕਾਲੀ ਦਲ ਹਮੇਸ਼ਾ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ, ਨੇ ਬੜੇ ਸੰਕਟ ਝੱਲੇ ਨੇ, ਬੜੀਆਂ ਤਕਲੀਫਾਂ ਵੇਖੀਆਂ ਨੇ, ਬੜੇ ਔਖੇ ਵੇਲੇ ਹੋਏ ਆ। ਹਮੇਸ਼ਾ ਅਕਾਲੀ ਦਲ ਜੇਤੂ ਹੋ ਕੇ ਨਿਕਲਿਆ। ਇਸ ਲੜਾਈ 'ਚੋਂ ਵੀ ਯਾਦ ਰੱਖ ਲਿਓ, ਸਾਰੇ ਭੱਜ ਜਾਣਗੇ, ਅਖੀਰ ਅਕਾਲੀ ਦਲ ਜੇਤੂ ਹੋ ਕੇ ਨਿਕਲ ਗਿਆ। ਮਲਕ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਬਹੁਤ ਵੱਡੀ ਗੱਲ ਕੀ, ਇੱਕ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਮਨਵਰਤ ਰੱਖੇ ਜਾਂ ਜੋ ਵੀ ਕਰੇ। ਵੱਡੀ ਗੱਲ ਹੈ ਕਿ ਤੁਸੀਂ ਕਰਤੀ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰਨ। ਦੂਜਾ ਇਹ ਕਿ ਅਗਰ ਨਰਿੰਦਰ ਮੋਦੀ ਮਾਫੀ ਮੰਗ ਲੈਂਦੇ ਨੇ, ਤੁਹਾਨੂੰ ਲੱਗਦਾ ਕਿ ਇਹ ਅਗਵਾਈ ਕਰਨਗੇ, ਨਰਿੰਦਰ ਮੋਦੀ ਸਾਹਿਬ ਮਾਫੀ ਮੰਗਣਗੇ ਜੀ? ਦੇਖੋ, ਮੈਂ ਨਹੀਂ ਕਹਿੰਦਾ ਵੀ ਨਰਿੰਦਰ ਮੋਦੀ ਦੇ ਦਿਮਾਗ ਦੇ ਵਿੱਚ ਜਿਹੜੀ ਅੱਜ ਗੱਲ ਆ ਵੀ ਉਹ ਮਾਫੀ ਮੰਗੂਗਾ, ਮੈਨੂੰ ਲੱਗਦੀ ਨਹੀਂ ਗੱਲ ਇਹ। ਜੇ ਨਰਿੰਦਰ ਮੋਦੀ ਮਾਫੀ ਮੰਗ ਲੇ ਤੇ ਪੰਜਾਬ ਦੇ ਮਸਲੇ ਹੱਲ ਕਰਦੀ, ਇਦੋਂ ਵੱਡੀ ਤਾਂ ਫਿਰ ਗੱਲ ਹੀ ਨਹੀਂ। ਫਿਰ ਤਾਂ ਪੰਜਾਬ ਦੇ ਲੋਕ ਨਰਿੰਦਰ ਮੋਦੀ ਨੂੰ ਪੂਜਣਗੇ। ਜੇ ਨਰਿੰਦਰ ਮੋਦੀ ਮਾਫੀ ਮੰਗ ਲੈਂਦਾ ਹੈ ਕਿ ਮੇਥੋਂ ਗਲਤੀ ਹੋ ਗਈ, ਆਰਡੀਨੈਂਸ ਠੀਕ ਕਰ ਦਿੰਦਾ ਹੈ, ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ, ਪਾਣੀ ਦੀ ਹੈ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦੀ ਹੈ, ਚਾਹੇ ਚੰਡੀਗੜ੍ਹ ਦੀ, ਉਹ ਮੰਨ ਲੈਂਦਾ ਹੈ, ਤੇ ਫਿਰ ਇਦੋਂ ਵਧੀਆ ਗੱਲ ਤਾਂ ਹੋ ਨਹੀਂ ਸਕਦੀ। ਪਰ ਇਹ ਮੋਦੀ ਦੇ ਮੈਨੂੰ ਲੱਗਦਾ ਕਰਮਾਂ 'ਚ ਹੈ ਨਹੀਂ ਇਹ ਗੱਲ। ਹੁਣ ਸੁਖਦੇਵ ਸਿੰਘ ਢੀਂਡਸਾ ਸਾਹਿਬ ਕੀ ਕਰਨਗੇ ਜੀ? ਵੇਖੋ, ਢੀਂਡਸਾ ਸਾਹਿਬ ਦਾ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਉਹ ਤਾਂ ਉਹਨਾਂ ਦੀ ਆਪਣੀ ਨੀਤੀ ਹੈ। ਹੁਣ ਢੀਂਡਸਾ ਸਾਹਿਬ ਦਾ ਲੋਕੀ ਵਿੱਚ ਇਹ ਵੀ ਕਹਿੰਦੇ ਨੇ ਸਾਡੇ ਕੋਲੇ ਵੀ ਇਹ ਬੀਜੇਪੀ ਨਾਲ ਅੰਦਰ ਖਾਤੇ। ਇੱਕੋ ਗੱਲ, ਹੁਣ ਬੀਜੇਪੀ ਨਾਲ ਰਲਣਗੇ ਜਾਂ ਅਲਾਇੰਸ ਬਣਾਉਣਗੇ। ਪਰ ਫਿਰ ਇੱਕ ਪਾਸੇ ਕਿਸਾਨਾਂ ਦੇ ਹੱਕ 'ਚ ਖੜ੍ਹਨ ਦਾ ਵੀ ਬਿਆਨ ਦਿੰਦੇ ਆ। ਬੜੀ ਔਖੀ ਸਥਿਤੀ ਹੈ ਬੀਜੇਪੀ ਦੇ ਨਾਲ। ਕੋਈ ਵੀ ਅਲਾਇੰਸ ਜਿਹੜਾ ਕਰੂਗਾ ਨਾ, ਉਹਦੇ ਵਾਸਤੇ ਪੰਜਾਬ 'ਚ ਬੜੀ ਔਖੀ ਸਥਿਤੀ ਹੈਗੀ ਹੈ ਇਸ ਵੇਲੇ। ਸੌਖਾ ਨਹੀਂ ਉਹਨਾਂ ਦੇ ਨਾਲ ਤੁਰਨਾ। ਉਹ ਡੰਡੇ ਹੀ ਵੱਜਣਗੇ ਜੀ, ਡਲੇ ਵੀ ਵੱਜਣਗੇ, ਡੰਡੇ ਵੀ ਵੱਜਣਗੇ, ਦੋਨੇ ਚੀਜ਼ਾਂ ਹੀ ਵੱਜਣਗੀਆਂ। ਚਲੋ, ਬਹੁਤ ਮਿਹਰਬਾਨੀ। ਇਹ ਸਨ ਸਰਦਾਰ ਸਿਕੰਦਰ ਸਿੰਘ ਮਲੂਕਾ। ਜਿੱਥੋਂ ਤੱਕ ਗੱਠਜੋੜ ਦਾ ਸਵਾਲ ਹੈ, ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਗੱਠਜੋੜ ਸੀ, ਸਰਕਾਰ ਹੋ ਗਈ 6.5 ਸਾਲ ਦੀ ਕਰੀਬ, ਲੇਕਿਨ ਪੰਜਾਬ ਦੀਆਂ ਬਹੁਤ ਸਾਰੀਆਂ ਮੰਗਾਂ ਸੀ, ਉਸ 'ਤੇ ਭਾਈਵਾਲ ਨੂੰ ਨਹੀਂ ਪੁੱਛਿਆ ਗਿਆ। ਇੱਥੋਂ ਤੱਕ ਕਿ ਮੀਟਿੰਗ ਵੀ ਨਹੀਂ ਬੁਲਾਈ ਗਈ। ਤੇ ਜਿਹੜਾ ਖੇਤੀਬਾੜੀ ਸੁਧਾਰਾਂ ਦੇ ਨਾਮ ਤੇ ਬਿੱਲ ਪਾਸ ਕੀਤੇ ਗਏ ਨੇ, ਇਹ ਵੀ ਗਲਤ ਨੇ, ਕਿਉਂਕਿ ਪੰਜਾਬ ਦੀ ਜਿਹੜੀ ਪਛਾਣ ਆ ਉਹ ਖੇਤੀ ਤੇ ਆ। ਖੇਤੀ ਆਧਾਰਿਤ ਸੂਬਾ, ਹੋਰ ਪੰਜਾਬ ਕੋ ਕੁਛ ਨਹੀਂ ਆ। ਪੰਜਾਬ ਉਹ ਸੂਬਾ ਜਿਹਨੇ ਆਪਣੀ ਧਰਤੀ ਵੀ ਨਿਸ਼ੇੜੀ ਕਰ ਦਿੱਤੀ ਹੈਗੀ ਆ ਦੇਸ਼ ਦਾ ਢਿੱਡ ਭਰਨ ਵਾਸਤੇ। ਆਪਣੇ ਪਾਣੀ ਇੰਨੇ ਜ਼ਿਆਦਾ ਵਰਤ ਲੈਣੇ ਕਿ ਉਹ 450 ਫੁੱਟ ਤੇ ਜਾ ਕੇ ਪਾਣੀ ਦਾ ਜਿਹੜਾ ਲੈਵਲ ਉਹ ਜਾ ਚੁੱਕਾ ਹੈਗਾ। ਤੇ ਹੁਣ ਲੱਗਦਾ ਸੈਂਟਰ ਸਰਕਾਰ ਨੂੰ ਕਿ ਪੰਜਾਬ ਦੀ ਲੋੜ ਨਹੀਂ ਆ। ਤੇ ਅਕਾਲੀ ਦਲ ਨੇ ਪਹਿਲਾਂ ਅਸਤੀਫਾ ਦਿੱਤਾ, ਫਿਰ ਗੱਠਜੋੜ ਤੋੜ ਕੇ ਇਹ ਵੀ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਜਿਸ ਪੰਜਾਬ ਦੀ ਤੁਹਾਨੂੰ ਲੋੜ ਨਹੀਂ ਹੈਗੀ, ਤੇ ਫਿਰ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਰਗੇ ਉਸ ਦਲ ਦੀ ਵੀ ਲੋੜ ਨਹੀਂ ਆ।
ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਬੀ ਨਿਊਜ਼ ਚੰਡੀਗੜ੍ਹ।